ਸਤਨਾਮ ਵਾਹਿਗੁਰੂ ਸਾਹਿਬ ਜੀਓ। ਪੁਨ ਗੋਰਖ ਗੁਰ ਸੰਗ ਉਚਾਰਾ, ਕਲੀ ਕਾਲ ਮੈਂ ਕਿਆ ਵਰਤਾਰਾ। ਬੈਠੇ ਸਭ ਹੀ ਸਿੱਧ ਸਮੀਪਾ, ਤਬ ਬੋਲੇ ਬੇਦੀ ਕੁਲ ਦੀਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਆਨੰਦਿਤ ਹੋ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਜੋ ਇਹ ਸਤ ਸੰਗਤ ਦੀਆਂ ਘੜੀਆਂ ਸਾਨੂੰ ਪ੍ਰਾਪਤ ਹੋਈਆਂ ਨੇ। ਗੁਰੂ ਨਾਨਕ ਸਾਹਿਬ ਜੀ ਮੇਰੇ ਮਹਾਰਾਜ ਨੇ ਜੋ ਮਹਾਨ ਅਮੋਲ ਦਾਤਾਂ ਸਾਨੂੰ ਬਖਸ਼ੀਆਂ ਨੇ, ਉਹਨਾਂ 'ਚ ਸਭ ਤੋਂ ਉੱਤਮ ਦਾਤ ਹੈ ਗੁਰਬਾਣੀ ਦਾ ਕੀਰਤਨ ਅਤੇ ਸਤ ਸੰਗਤ। ਗੁਰੂ ਕੇ ਕੀਰਤਨੀਆਂ ਨੇ ਗੁਰੂ ਕੇ ਇਹ ਪਿਆਰੇ ਬਚਨ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇਹ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਮਨੁੱਖ ਨੂੰ ਸਾਰੀ ਜ਼ਿੰਦਗੀ ਰਿਜ਼ਕ ਦੀ ਹੀ ਚਿੰਤਾ ਰਹਿੰਦੀ ਹੈ। ਹਾਲਾਂਕਿ ਵਾਹਿਗੁਰੂ ਜੀ ਨੇ ਜ਼ਿੰਦਗੀ ਦਿੱਤੀ ਹੈ, ਮਨੁੱਖ ਨੇ ਮੰਗੀ ਨਹੀਂ ਸੀ। ਅਮੋਲ ਜ਼ਿੰਦਗੀ, ਅਮੋਲ ਸਵਾਸ, ਔਰ ਇੰਨੀ ਮਹਾਨ ਧਰਤੀ ਤੇ ਪ੍ਰਮਾਤਮਾ ਨੇ ਲਿਆਂਦਿਆ ਸੀ। ਕੋਈ ਅਰਦਾਸ ਨਹੀਂ ਸੀ ਕੀਤੀ ਕਿ ਵਾਹਿਗੁਰੂ ਸਾਨੂੰ ਮਨੁੱਖਾ ਦੇਹ ਦਿਓ, ਸਾਨੂੰ ਇੱਥੇ ਲੈ ਆਓ। ਜਿਸ ਵਾਹਿਗੁਰੂ ਜੀ ਨੇ ਇੰਨੀ ਮਿਹਰ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਾਨੂੰ ਇੰਨੀ ਵਧੀਆ ਜ਼ਿੰਦਗੀ ਦਿੱਤੀ ਹੈ, ਕਿ ਉਹ ਸਾਨੂੰ ਰੋਟੀ ਨਹੀਂ ਦੇਵੇਗਾ, ਕਿ ਉਹ ਸਾਡੀ ਪ੍ਰਤਪਾਲਨਾ ਨਹੀਂ ਕਰੇਗਾ। ਮਨੁੱਖ ਦੀ ਇਸ ਡਾਵਾਡੋਲ ਸਥਿਤੀ ਨੂੰ ਦੇਖ ਕੇ ਸਤਿਗੁਰੂ ਜੀ ਕਹਿੰਦੇ, ਬੰਦਿਆ ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਕਿਉਂ ਡੋਲਦਾ ਹੈ? ਉਹ ਪਰਮਾਤਮਾ ਬੜਾ ਮਿਹਰਬਾਨ ਹੈ, ਉਹ ਸਮੁੱਚੀ ਮਾਨਵਤਾ ਨੂੰ ਰਿਜ਼ਕ ਦਿੰਦਾ ਹੈ। ਜਿਹਨੇ ਇਹ ਮੇਦਨੀ ਸ੍ਰਿਸ਼ਟੀ ਬਣਾਈ ਹੈ, ਉਹੀ ਰਿਜ਼ਕ ਦੇਣ ਵਾਲਾ ਹੈ। ਅੱਜ ਤੱਕ ਰਿਜ਼ਕ ਤੇ ਸਾਰਿਆਂ ਨੂੰ ਮਿਲ ਰਿਹਾ, ਲੇਕਿਨ ਸੁੱਖ ਸਾਰਿਆਂ ਦੇ ਕੋਲ ਨਹੀਂ ਹੈ। ਸੁੱਖ ਵੀ ਤਾਂ ਮਿਲਣਾ ਹੈ ਜਦੋਂ ਦੀ ਰਹਿਮਤ ਹੋਏਗੀ। ਰਹਿਮ ਤੇਰੀ ਸੁੱਖ ਪਾਇਆ, ਸਦਾ ਨਾਨਕ ਕੀ ਅਰਦਾਸ। ਜਿਨੇ ਸੁੱਖ ਮਾਣਿਆ ਉਹਦੀ ਰਹਿਮਤ ਸਦਕਾ ਮਾਣਿਆ। ਅਸੀਂ ਅਰਦਾਸ ਕਰਨੀ, ਵਾਹਿਗੁਰੂ ਜੀ ਜਿੱਥੇ ਸਾਨੂੰ ਜ਼ਿੰਦਗੀ ਦਿੱਤੀ ਹੈ, ਜਿੱਥੇ ਸਾਨੂੰ ਰਿਜ਼ਕ ਦਿੱਤਾ ਹੈ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਤੁਹਾਡੇ ਰੰਗ ਜੁੜ ਕੇ ਤੁਹਾਡੇ ਗੁਣ ਗਾ ਸਕੀਏ, ਉਹਦੀ ਬਖਸ਼ਿਸ਼ ਸਦਕਾ ਸੁੱਖ ਮਿਲਣਾ ਹੈ। ਜਿੱਥੇ ਗੁਰੂ ਕੇ ਇਹ ਵਚਨ ਆਪ ਜੀ ਨੇ ਕੀਰਤਨ ਰੂਪ ਸਰਵਣ ਕੀਤੇ ਨੇ, ਅੱਜ ਤੋਂ ਫੱਗਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਬਿਕਰਮੀ ਕੈਲੰਡਰ ਦੇ ਅਨੁਸਾਰ, ਜਿਹਨੂੰ ਆਪਾਂ ਦੇਸੀ ਮਹੀਨੇ ਕਹਿੰਦੇ ਆ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੁੱਤਾਂ ਦੇ ਬਾਰੇ, ਮਹੀਨਿਆਂ ਦੇ ਬਾਰੇ, ਥਿੱਤਾਂ ਦੇ ਬਾਰੇ, ਸਮੇਂ ਦੇ ਪਰਥਾਏ ਬਹੁਤ ਸਾਰੀ ਰਚਨਾ ਹੈ। ਔਰ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸਾਨੂੰ ਜ਼ਿੰਦਗੀ ਦਾ ਹਰ ਛਿਨ, ਹਰ ਪਲ, ਹਰ ਘੜੀ, ਹਰ ਮਹੀਨਾ ਸਫਲ ਬਣਾਉਣ ਦੀ ਪ੍ਰੇਰਣਾ ਕੀਤੀ ਹੈ ਕਿ ਆਪਾਂ ਜ਼ਿੰਦਗੀ ਦੇ ਹਰ ਪਲ ਵਿੱਚ ਜ਼ਿੰਦਗੀ ਨੂੰ ਆਨੰਦ ਦੇ ਨਾਲ ਕਿਵੇਂ ਭਰਪੂਰ ਕਰਨਾ ਹੈ। ਔਰ ਸਤਿਗੁਰੂ ਜੀ ਨੇ ਇਸ ਜ਼ਿੰਦਗੀ ਨੂੰ ਵਡਿਆਉਂਦਿਆਂ ਜ਼ਿੰਦਗੀ ਦੇ ਕਈ ਪ੍ਰਤੀਕ ਵਰਤੇ, ਕਈ ਬਿੰਬ ਵਰਤੇ ਨੇ। ਫਲਗਣ ਆਨੰਦ ਉਪਾਰ, ਜਨਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਸੇ ਸੁਹਾਵੀ ਸਰਬ ਸੁਖਣ ਦੁੱਖਾਂ ਨਾਹੀ ਜਾਏ, ਇਸ਼ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ, ਮਿਲ ਸਈਆ ਮੰਗਲ ਗਾਵੇ ਗੀਤ ਗੋਬਿੰਦ ਅਲਾਏ। ਹਰ ਜਿਹਾ ਵਰ ਨਾ ਦਿਸੀ ਕੋਈ ਦੂਜਾ ਲਵੇ ਨਾ ਲਾਏ, ਹਲਤ ਪਲ ਸਵਾਰੇ ਨਿਸ਼ਚਲ ਦਿੱਤੀਆਂ ਜਾਏ, ਸੰਸਾਰ ਸਾਗਰ ਤਰਖਿਨ ਬਹੁ ਨਾ ਜਨਮੇ ਤਾਏ, ਜਿਹਵਾ ਏਕ ਅਨੇਕ ਗੁਣੇ ਤਰੇ ਨਾਨਕ ਚਰਣੀ ਪਾਏ, ਫਲਗੁਣ ਨਿਤ ਸਲਾਹੀ ਹੈ ਜਿਸ ਨੂੰ ਤਿਲ ਨਾ ਤਮਾਏ। ਸਤਿਗੁਰੂ ਜੀ ਕਹਿੰਦੇ ਜ਼ਿੰਦਗੀ ਦੇ ਅੰਦਰ ਆਨੰਦ ਪ੍ਰਗਟ ਹੋ ਜਾਂਦਾ ਹੈ। ਆਨੰਦ ਮਨੁੱਖ ਦੇ ਅੰਦਰ ਹੈ, ਆਨੰਦ ਬਾਹਰੋਂ ਨਹੀਂ ਮਿਲਣਾ। ਆਨੰਦ ਉਦੋਂ ਨਹੀਂ ਮਿਲਦਾ ਸਾਨੂੰ ਜਦੋਂ ਅਸੀਂ ਬਾਹਰੋਂ ਲੱਭਣਾ ਚਾਹੁੰਦੇ ਹਾਂ, ਬਾਹਰਲੇ ਤਰੀਕਿਆਂ ਰਾਹੀਂ, ਬਾਹਰਲੇ ਪਦਾਰਥਾਂ ਦਾ ਰਾਹੀਂ, ਬਾਹਰਲੇ ਵਸਤੂਆਂ ਵਿਅਕਤੀਆਂ ਦੇ ਰਾਹੀਂ। ਆਨੰਦ ਮਨੁੱਖ ਦੇ ਅੰਦਰ ਹੈ। ਗੁਰੂ ਮਨੁੱਖ ਨੂੰ ਇੱਕ ਜੁਗਤ ਦੱਸ ਹੈ ਜਿਉਣ ਦੀ। ਗੁਰੂ ਦੇ ਰਾਹੀਂ ਮਨੁੱਖ ਦੀ ਜ਼ਿੰਦਗੀ ਦਾ ਇੱਕ ਪੱਧਰ ਬਣਦਾ, ਇੱਕ ਅਵਸਥਾ ਬਣਦੀ ਹੈ, ਜਿੱਥੇ ਜਾ ਕੇ ਮਨੁੱਖ ਰੱਬ ਦਾ ਹੀ ਰੂਪ ਬਣ ਜਾਂਦਾ। ਰੱਬ ਬਾਹਰ ਨਹੀਂ ਹੈ ਕਿਤੇ, ਰੱਬ ਮਨੁੱਖ ਦੇ ਅੰਦਰ ਹੈ। ਸਾਨੂੰ ਰੱਬ ਵਰਗੇ ਬਣਨਾ ਪੈਣਾ। ਜਦੋਂ ਰੱਬ ਵਰਗੇ ਬਣ ਗਏ, ਜ਼ਿੰਦਗੀ ਰੱਬ ਦੇ ਰੂਪ ਬਣ ਕੇ ਆਨੰਦ ਨਾਲ ਭਰਪੂਰ ਹੋ ਜਾਏਗੀ। ਸਤਿਗੁਰੂ ਜੀ ਕਹਿੰਦੇ ਫਲਗੁਣ ਦਾ ਅਰਥ ਇੱਥੇ ਸਾਡੀ ਇਹ ਮਨੁੱਖਾ ਜ਼ਿੰਦਗੀ ਹੈ। ਆਨੰਦ ਉਪਾਰਜਨਾ,
ਇਸ ਜ਼ਿੰਦਗੀ ਦੇ ਅੰਦਰ ਭਾਈ ਸਾਡੇ ਅੰਦਰ ਆਨੰਦ ਪੈਦਾ ਹੋ ਗਿਆ। ਹਰ ਸੱਜਣ ਪ੍ਰਗਟੇ ਆਏ। ਉਹ ਹਰੀ, ਉਹ ਪ੍ਰਮਾਤਮਾ ਜਿਹੜਾ ਸਾਰਿਆਂ ਦਾ ਹੀ ਸੱਜਣ ਹੈ, ਸਾਰਿਆਂ ਦਾ ਮਿੱਤਰ ਹੈ। ਦੁਨੀਆ ਦੇ ਅੰਦਰ ਬਹੁਤ ਲੋਕ ਨੇ ਜਿਹੜੇ ਕਹਿਣਗੇ ਤੁਹਾਡੇ ਅਸੀਂ ਮਿੱਤਰ ਹਾਂ, ਤੁਹਾਡੇ ਫਰੈਂਡ ਹਾਂ, ਪਰ ਔਖੇ ਵੇਲੇ ਨਹੀਂ ਉਹ ਲੱਭਦੇ। ਉਹ ਤੇ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਕੇ ਰਹਿ ਬਿਵਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ। ਇੱਕ ਪ੍ਰਮਾਤਮਾ ਹੈ ਜਿਹਦੇ ਪ੍ਰਥਾਏ ਗੁਰਦੇਵ ਨੇ ਕਿਹਾ ਹਰ ਜਿਹਾ ਅਵਰ ਨਾ ਦਿਸੇ ਕੋਈ ਦੂਜਾ ਲਵੇ ਨਾ ਲਾਏ। ਪ੍ਰਮਾਤਮਾ ਵਰਗਾ ਹੋਰ ਕੋਈ ਹੈ ਹੀ ਨਹੀਂ ਹੈ। ਉਹ ਹਰੀ ਸੱਜਣ ਜਦੋਂ ਅੰਦਰ ਪ੍ਰਗਟ ਹੋ ਜਾਏ, ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਪ੍ਰਗਟ ਕਰਨ ਦੇ ਲਈ ਗੁਰੂ ਮਦਦਗਾਰ ਬਣਦਾ। ਸੰਤ ਸਹਾਈ ਰਾਮ ਕੇ, ਸੰਤ ਦਾ ਇੱਥੇ ਗੁਰੂ ਹੈ। ਸੰਤ ਦਰ ਰੱਬ ਦੇ ਪਿਆਰ ਵਿੱਚ ਜੁੜੇ ਹੋਏ ਉੱਚੀਆਂ ਆਤਮਾਵਾਂ ਨੇ। ਗੁਰੂ ਮਦਦਗਾਰ ਬਣਦਾ ਹੈ। ਗੁਰੂ ਕਿਰਪਾ ਕਰਕੇ ਸਾਨੂੰ ਉਸ ਪੱਧਰ ਤੇ ਸਾਡੀ ਸੁਰਤ ਨੂੰ ਉਸ ਲੈਵਲ ਤੇ ਲੈ ਜਾਂਦਾ ਹੈ। ਕਿਉਂਕਿ ਵਾਹਿਗੁਰੂ ਜੀ ਨੂੰ ਮਿਲਣਾ ਹੈ ਤੇ ਤਾਂ ਵੀ ਜ਼ਿੰਦਗੀ ਦਾ ਕੋਈ ਪੱਧਰ ਚਾਹੀਦਾ ਹੈ ਨਾ। ਹਰ ਕੋਈ ਥੋੜਾ ਮਿਲ ਲਏਗਾ। ਤੁਸੀਂ ਡਾਕਟਰ ਬਣਨਾ ਹੈ, ਡਾਕਟਰ ਬਣਨ ਲਈ ਪੜ੍ਹਦੇ ਆ ਤੁਹਾਡੀ ਨੌਲੇਜ ਦਾ ਕੋਈ ਪੱਧਰ ਹੁੰਦਾ ਹੈ। ਕਿਸੇ ਟੈਸਟ ਨੂੰ ਪਾਸ ਕਰਦੇ ਤਾਂ ਹੀ ਡਾਕਟਰ ਬਣਦੇ ਹੋ ਨਾ। ਗੱਲੀ ਬਾਤੀ ਥੋੜਾ ਕੋਈ ਬਣ ਸਕਦਾ ਹੈ। ਤੁਸੀਂ ਜ਼ਿੰਦਗੀ ਅੰਦਰ ਸੁੱਖ ਮੰਨਣਾ ਹੈ ਤੇ ਉਹਦੇ ਲਈ ਵੀ ਕੋਈ ਤਿਆਰੀ ਦੀ ਲੋੜ ਹੈ, ਕੋਈ ਪੱਧਰ ਦੀ ਲੋੜ ਹੈ, ਕੋਈ ਆਪਣੇ ਆਪ ਨੂੰ ਸਵਾਰਨ ਦੀ ਲੋੜ ਹੈ। ਉਹਦੇ ਲਈ ਮਦਦਗਾਰ ਬਣਦੇ ਨੇ ਗੁਰੂ ਸਾਹਿਬ ਜੀ। ਉਹਦੇ ਲਈ ਮਦਦਗਾਰ ਬਣਦੀ ਹੈ ਸਤ ਸੰਗਤ। ਜਦੋਂ ਬਣ ਗਏ ਕਹਿਣਗੇ ਫਿਰ ਇਛ ਪੁੰਨੀ ਵਡਭਾਗਣੀ ਵਰ ਪਾਇਆ ਹਰਾਏ, ਸੇਜ ਸੁਹਾਵੀ ਸਰਬ ਸੁਖ ਨੂੰ ਦੁੱਖਾਂ ਨਾਹੀ ਜਾਏ। ਇਛ ਪੁੰਨੀ ਵਡਭਾਗਣੀ ਵਰ ਪਾਇਆ ਹਰਾਏ। ਸੇਜ ਦਾ ਅਰਥ ਹੈ ਇੱਥੇ ਹਿਰਦਾ, ਸਾਡਾ ਮਨ। ਸਾਡਾ ਮਨ ਸੁਹਾਵਣਾ ਬਣ ਗਿਆ, ਹਿਰਦੇ ਦੀ ਸੇਜ ਸੁਹਾਵਣੀ ਬਣ ਗਈ। ਹੁਣ ਸਾਡੇ ਹਿਰਦੇ ਦੀ ਸੇਜ ਸੁਹਾਵਣੀ ਨੇ ਇੱਥੇ ਤੇ ਈਰਖਾ ਬੈਠੀ ਹੋਈ ਹੈ, ਇੱਥੇ ਕ੍ਰੋਧ ਹੈ, ਨਫ਼ਰਤ ਹੈ, ਲਾਲਚ ਹੈ, ਤ੍ਰਿਸ਼ਨਾ ਹੈ, ਪਤਾ ਨਹੀਂ ਕਿੰਨਾ ਕੋ ਕੂੜਾ ਕਰਕਟ ਖਿਲਰਿਆ ਹੋਇਆ ਹੈ। ਤੁਸੀਂ ਰਾਤ ਨੂੰ ਬਿਰਾਜਣਾ ਵੀ ਹੈ ਨਾ, ਸੌਣਾ ਵੀ ਹੈ ਨਾ। ਆਪਾਂ ਕਹਿੰਦੇ ਚੰਗੀ ਤਰ੍ਹਾਂ ਚਾਦਰਾਂ ਝਾੜ ਕੇ ਵੱਟ ਕੱਢ ਕੇ ਤੇ ਫੇਰ ਕਿਤੇ ਨੀਂਦ ਆਏਗੀ। ਤੇ ਜੇ ਖਿਲਰਿਆ ਇੱਥੇ ਸਮਾਨ ਤੇ ਨੀਂਦ ਆ ਜਾਏਗੀ ਕਿਤੇ। ਹੁਣ ਸਾਡੇ ਹਿਰਦੇ ਦੀ ਸੇਜ ਤੇ ਸੁਹਾਵਣੀ ਨਹੀਂ ਨਾ। ਇਹ ਸੁਹਾਵਣੀ ਤਾਂ ਹੋਏਗੀ ਜਦੋਂ ਆਪਾਂ ਗੁਰੂ ਕੇ ਗਿਆਨ ਦੀ ਬੁਹਾਰੀ ਅੰਦਰ ਦੇਵਾਂਗੇ, ਅੰਦਰੋਂ ਕੂੜੇ ਕਰਕਟ ਨੂੰ ਬਾਹਰ ਕੱਢ ਦੇਵਾਂਗੇ। ਜਦੋਂ ਗੁਰੂ ਕੋਲ ਆਏ ਸੇਜ ਸੁਹਾਵੀ, ਸਾਡੀ ਹਿਰਦੇ ਦੀ ਸੇਜ ਸੁਹਾਵਣੀ ਬਣ ਗਈ। ਹੁਣ ਇੱਥੇ ਸਾਰੇ ਸੁੱਖ ਸਾਨੂੰ ਮਿਲ ਗਏ, ਸਾਰੇ ਆਨੰਦ ਮਿਲ ਗਏ। ਇੱਥੇ ਦੁੱਖਾਂ ਦੀ ਤੇ ਥਾਂ ਹੀ ਕੋਈ ਨਹੀਂ ਰਹਿ ਗਈ। ਦੁੱਖ ਉਹਨਾਂ ਚਿਰ ਸੀ ਜਿੰਨਾ ਚਿਰ ਸੇਜ ਸੁਹਾਵੀ ਨਹੀਂ ਸੀ। ਜਦੋਂ ਅੰਦਰੋਂ ਅਸੀਂ ਸੋਹਣੇ ਨਹੀਂ ਸਾਂ, ਬਾਹਰੋਂ ਬੜੇ ਸੋਹਣੇ ਬਣ ਜਾਂਦੇ ਆ। ਕੱਪੜੇ ਆਪਾਂ ਕੀਮਤੀ ਪਾ ਲੈਨੇ, ਬ੍ਰਾਂਡਡ ਕੰਪਨੀਆਂ ਦੇ ਐ ਪ੍ਰੈਸ ਕਰਕੇ ਸੈਂਟ ਵੀ ਲਾ ਲੈਨੇ, ਬਾਹਰੋਂ ਸੋਹਣੇ ਬਣ ਜਾਂਦੇ ਆ। ਕਈ ਤਰ੍ਹਾਂ ਦੇ ਹੋਰ ਸਾਧਨ ਸੋਹਣੇ ਬਣ ਲਈ ਵਰਤਦੇ ਆ, ਪਰ ਰਹਿੰਦੇ ਆਪਾਂ ਪਰੇਸ਼ਾਨ ਆ। ਉਹਦਾ ਕਾਰਨ ਕਿ ਬਾਹਰੋਂ ਸੋਹਣੇ ਬਣ ਗਏ ਆ ਪਰ ਅੰਦਰੋਂ ਸੋਹਣੇ ਨਹੀਂ ਆ। ਗੁਰਬਾਣੀ ਕਹਿੰਦੀ ਜਿਹੜੇ ਬਾਹਰੋਂ ਸੋਹਣੇ ਅੰਦਰੋਂ ਸੋਹਣੇ ਨਹੀਂ, ਉਹਨਾਂ ਤੇ ਜ਼ਿੰਦਗੀ ਅਕਾਰਥ ਹੀ ਗਵਾ ਦਿੱਤੀ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਵੇ ਹਾਰਿਆ। ਜਦੋਂ ਗੁਰੂ ਕੋਲ ਆਏ ਉਹਨਾਂ ਨੇ ਸਾਡੇ ਹਿਰਦੇ ਨੂੰ ਸੁਹਾਵਣਿਆਂ ਬਣਾ ਦਿੱਤਾ। ਸੇਜ ਸੁਹਾਵੀ ਸਰਬ ਸੁਖ ਨੂੰ ਦੁੱਖਾਂ ਨਾਹੀ ਜਾਏ। ਗੁਰਬਾਣੀ ਦੀ ਇਹ ਗਰੰਟੀ ਹੈ, ਜੇ ਤੁਸੀਂ ਮਨ ਕਰਕੇ ਸੁਣੇ ਹੋ ਤੇ ਦੁੱਖ ਤੁਹਾਡੇ ਨੇੜੇ ਹੀ ਨਹੀਂ ਆ ਸਕਦਾ। ਦੁੱਖ ਦੀ ਉੱਥੇ ਥਾਂ ਹੀ ਕੋਈ ਨਹੀਂ। ਦੁੱਖ ਤੇ ਉੱਥੇ ਜਿੱਥੇ ਮੈਲ ਹੈ ਅੰਦਰ। ਮੈਲ ਤੁਹਾਡੇ ਭੋਜਨ 'ਚ ਹੋਏ ਦੁਖਦਾਈ ਹੁੰਦੀ ਹੈ। ਮੈਲ ਤੁਹਾਡੇ ਕੱਪੜਿਆਂ ਨੂੰ ਲੱਗੀ ਹੋਈ ਦੁਖਦਾਈ ਹੁੰਦੀ ਹੈ। ਮੈਲ ਤੁਹਾਡੇ ਸਰੀਰ ਤੇ ਹੋਏ ਕਿਤੇ ਹੋਏ ਦੁਖਦਾਈ ਹੁੰਦੀ, ਰੋਗਾਂ ਦਾ ਕਾਰਨ ਹੁੰਦੀ। ਤੇ ਜਿਹੜਾ ਹਿਰਦਾ ਹੀ ਮੈਲ ਨਾਲ ਭਰਿਆ ਪਿਆ, ਉੱਥੇ ਦੁੱਖ ਕਿਉਂ ਨਹੀਂ ਆਉਣਗੇ? ਜਦੋਂ ਸੇਜ ਸੁਹਾਵੀ ਹੋ ਜਾਏਗੀ, ਹਿਰਦਾ ਸੋਹਣਾ ਬਣ ਜਾਏਗਾ, ਦੁੱਖਾਂ ਨਾ ਹੀ ਜਾਏ। ਇਛ ਪੁੰਨੀ ਵਡਭਾਗਣੀ ਵਰ ਪਾਇਆ ਹਰਾਏ। ਅਸੀਂ ਸਾਰੇ ਚਾਹੁੰਦੇ ਸਾਨੂੰ ਰੱਬ ਮਿਲ ਜਾਏ। ਦੇਖੋ ਰੱਬ ਦੇ ਨਾਂ ਤੇ ਕਿੰਨੇ ਯਤਨ ਕਰਦਾ ਬੰਦਾ। ਤੀਰਥਾਂ ਤੇ ਜਾਂਦਾ ਹੈ, ਪਾਠ ਪੂਜਾ ਕਰਦਾ ਹੈ, ਕਿੰਨਾ ਅਸੀਂ ਪੈਸੇ ਵੀ ਖਰਚਦੇ ਹਾਂ, ਸਰੀਰਕ ਤੌਰ ਤੇ ਖੇਚਲ ਕਰਦੇ, ਕੋਈ ਤਪ ਕਰਦਾ ਹੈ, ਕੋਈ ਜਪ ਕਰਦਾ ਹੈ, ਕੋਈ ਹਠ ਕਰਦਾ ਹੈ, ਬਹੁਤ ਕੁਝ ਹੋ ਰਿਹਾ ਰੱਬ ਦੇ ਨਾਂ ਤੇ। ਪਰ ਰੱਬ ਮਿਲਦਾ ਕਿਉਂ ਨਹੀਂ? ਰੱਬ ਕੋਈ ਇੰਨਾ ਜਿੱਦੀ ਤੇ ਨਹੀਂ ਹੈ ਕਿ ਅਸੀਂ ਆਪਣੇ ਸਰੀਰ ਨੂੰ ਅੱਗ ਸਾੜੀਏ ਤੇ ਰੱਬ ਮਿਲੇ ਹੀ ਨਾ। ਰੱਬ ਨੂੰ ਤੇ ਇਹ ਗੱਲ ਪ੍ਰਵਾਨ ਨਹੀਂ ਹੈ। ਰੱਬ ਇੰਨਾ ਕਠੋਰ ਨਹੀਂ ਹੈ, ਜਿੱਦੀ ਨਹੀਂ ਹੈ ਕਿ ਤੁਸੀਂ ਸਰੀਰ ਨੂੰ ਟਾਰਚਰ ਕਰੋ ਤੇ ਰੱਬ ਮਿਲੇ ਹੀ ਨਾ। ਉਹਦਾ ਕਾਰਨ ਕੋਈ ਹੋਰ ਹੈ ਕਿ ਅਸੀਂ ਬਾਹਰੋਂ ਤੇ ਸਭ ਕੁਝ ਕਰਦੇ ਹਾਂ ਪਰ ਆਪਣੇ ਹਿਰਦੇ ਨੂੰ ਸਵਾਰਨਾ ਨਹੀਂ ਚਾਹੁੰਦੇ। ਜਦੋਂ ਅਸੀਂ ਆਪਣੇ ਹਿਰਦੇ ਨੂੰ ਗੁਰੂ ਕੇ ਬਚਨਾਂ ਤੇ ਚੱਲ ਕੇ ਸਵਾਰ ਲਿਆ, ਫਿਰ ਇਛ ਪੁੰਨੀ ਵਡਭਾਗਣੀ ਵਰ ਪਾਇਆ ਹਰਾਏ। ਇਸ ਵਡਭਾਗਣ ਜੀਵ ਰੂਪੀ ਇਸਤਰੀ ਦੀ ਇੱਛਾ ਪੂਰੀ ਹੋ ਗਈ। ਸਾਡੀ ਹਰ ਮਨੁੱਖ ਦੀ ਜ਼ਿੰਦਗੀ ਦਾ ਇੱਕ ਮਨੋਰਥ ਹੈ, ਕਿਸੇ ਮਕਸਦ ਲਈ ਆਏ ਆ।
ਉਹਦਾ ਕਿਸੇ ਨੂੰ ਪਤਾ ਹੈ ਜਾਂ ਨਹੀਂ ਪਤਾ, ਇਹ ਗੱਲ ਵੱਖਰੀ ਹੈ। ਅਸੀਂ ਧਨ ਕਮਾਉਣ ਲਈ ਨਹੀਂ ਆਏ, ਅਸੀਂ ਕੇਵਲ ਦੁਨੀਆ ਦੀ ਵਿਦਵਤਾ ਇਕੱਠੀ ਕਰਨ ਲਈ ਨਹੀਂ ਆਏ, ਅਸੀਂ ਕੇਵਲ ਦੁਨੀਆ ਦੇ ਰੁਤਬੇ ਚੌਧਰਾ ਮੰਨਣ ਲਈ ਜਾਂ ਰੋਟੀ ਪਾਣੀ ਖਾਣ ਲਈ ਨਹੀਂ ਆਏ। ਅਸੀਂ ਆਏ ਸਾਂ ਗੋਬਿੰਦ ਮਿਲਣ ਕੀ ਇਹ ਤੇਰੀ ਭਰੀਆ। ਜ਼ਿੰਦਗੀ ਮਿਲੀ ਸੀ ਗੋਬਿੰਦ ਨੂੰ ਮਿਲਣ ਦੀ, ਜ਼ਿੰਦਗੀ ਦਾ ਲਕਸ਼, ਜ਼ਿੰਦਗੀ ਦਾ ਮਕਸਦ ਤਾਂ ਇਹ ਸੀ, ਪਰ ਸਾਨੂੰ ਪਤਾ ਹੀ ਨਹੀਂ ਹੈ ਕਿ ਆਪਾਂ ਕਾਹਦੇ ਲਈ ਆਏ ਹਾਂ। ਹੁਣ ਬੱਚਾ ਸਕੂਲ ਚਲ ਜੇ, ਨੂੰ ਪਤਾ ਹੀ ਨਹੀਂ ਕੀ ਲੈਣ ਲਈ ਆਏ, ਘੁੰਮ ਫਿਰ ਕੇ ਆ ਜਾਏ ਤੇ ਉਹ ਕੀ ਬਣ ਜਾਏਗਾ। ਅਸੀਂ ਇਸ ਧਰਤੀ ਤੇ ਆਏ, ਆਮਨ ਆਏ ਸ੍ਰਿਸ਼ਟ में ਬਿਨ ਬੂਝੇ ਪਸ਼ੂ ਢੋਰ। ਸਾਨੂੰ ਜ਼ਿੰਦਗੀ ਦੇ ਮਕਸਦ ਦਾ ਪਤਾ ਨਾ ਹੋਣ ਕਰਕੇ ਅਸੀਂ ਪਸ਼ੂਆਂ ਵਾਂਗੂ ਘੁੰਮੀ ਜਾਂਦੇ ਆ, ਖਾਈ ਜਾਂਦੇ ਆ, ਸਭ ਕੁਝ ਉਦਾਂ ਕਰ ਕਰਾ ਕੇ ਚਲੇ ਜਾਂਦੇ ਆ। ਹੁਣ ਜਦੋਂ ਜ਼ਿੰਦਗੀ ਦੇ ਮਕਸਦ ਦਾ ਪਤਾ ਲੱਗ ਗਿਆ, ਸਾਡੀ ਉਹ ਰੀਝ ਪੂਰੀ ਹੋ ਗਈ, ਗੁਰੂ ਦੇ ਰਾਹੀਂ ਜਦੋਂ ਹਿਰਦਾ ਸਵਰ ਗਿਆ, ਗੁਰੂ ਨੇ ਇੰਨੀ ਬਖਸ਼ਿਸ਼ ਕਰ ਦਿੱਤੀ ਹੈ। ਮਿਲ ਸਈਆ ਮੰਗਲ ਗਾਵੇ ਗੀਤ ਗੋਬਿੰਦ ਅਲਾਏ, ਹਰ ਜਿਹਾਵਰ ਨਾ ਦਿਸੀ ਕੋ ਦੂਜਾ ਲਵੇ ਨ ਲਾਏ। ਹੁਣ ਸਖੀਆਂ ਸਹੇਲੀਆਂ ਸਤਸੰਗੀਆਂ ਨਾਲ ਬੈਠ ਕੇ ਪਰਮਾਤਮਾ ਦੇ ਗੁਣ ਗਾਉਂਦਾ ਜੀ। ਉਹਨੂੰ ਪਤਾ ਕਿ ਰੱਬ ਵਰਗਾ ਹੈ ਹੀ ਕੋਈ ਨਹੀਂ ਦੂਜਾ। ਜੋ ਸੁਖ ਵਾਹਿਗੁਰੂ ਜੀ ਦੇ ਪਿਆਰ ਚ ਮਿਲਣਾ ਹੋਰ ਕਿਤੇ ਮਿਲਣਾ ਹੀ ਨਹੀਂ ਹੈ। ਇਸ ਕਰਕੇ ਗੀਤ ਗੋਬਿੰਦ ਅਲਾਏ, ਵਾਹਿਗੁਰੂ ਨੇ ਕਿਰਪਾ ਕੀਤੀ, ਹਲਤ ਪਲਤ ਸਵਾਰੇ ਨਿਸ਼ਚਲ ਦਿੱਤੀ ਜਾਏ, ਸੰਸਾਰ ਸਾਗਰ ਤੇ ਰੱਖਿਨ ਬਹੁ ਨਾ ਜਨਮੇ ਤਾਏ, ਜਿਹਵਾ ਏਕ ਅਨੇਕ ਗੁਣ ਤੇਰੇ ਨਾਨਕ ਚਰਣੀ ਪਾਏ। ਵਾਹਿਗੁਰੂ ਜੀ ਨੇ ਜਿਸ ਤੇ ਬਖਸ਼ਿਸ਼ ਕਰ ਦਿੱਤੀ, ਉਹਨੂੰ ਇਹ ਦੁਨੀਆ ਦੇ ਭਉ ਸਾਗਰ ਦੇ ਦੁੱਖਾਂ ਤੋਂ ਮੁਕਤ ਕਰ ਦਿੱਤਾ। ਵਾਹਿਗੁਰੂ ਜੀ ਵਰਗਾ ਹੋਰ ਕੋਈ ਨਹੀਂ ਹੈ। ਉਹਦੇ ਗੁਣ ਅਸੀਂ ਰਸਨਾ ਨਾਲ ਬਿਆਨ ਨਹੀਂ ਕਰ ਸਕਦੇ। ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਸਾਰਿਆਂ ਨੂੰ ਕਹਿੰਦੇ, ਜੇ ਤੁਸੀਂ ਜ਼ਿੰਦਗੀ ਸੁੱਖ ਚਾਹੁੰਦੇ, ਆਨੰਦ ਚਾਹੁੰਦੇ ਹੋ, ਫਿਰ ਫਲ ਗੁਣ ਨਿਤ ਸਲਾਈ ਹੈ, ਜਿਸ ਨੂੰ ਤਿਲ ਨਾ ਤਮਾਏ। ਇਹ ਜ਼ਿੰਦਗੀ 'ਚ ਨਿਤ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਿਆ ਕਰੋ, ਜਿਸ ਪ੍ਰਮਾਤਮਾ ਨੂੰ ਥੋੜੀ ਜਿੰਨੀ ਵੀ ਕੋਈ ਤਮਾ ਨਹੀਂ ਹੈ, ਲਾਲਚ ਨਹੀਂ ਕਿ ਮੇਰੇ ਕੋ ਗੁਣ ਗਾਏ। ਉਹਨੂੰ ਕੋਈ ਲਾਲਚ ਨਹੀਂ ਹੈ। ਜਿਹੜਾ ਗੁਣ ਗਾਏਗਾ, ਸਤਿਗੁਰੂ ਜੀ ਕਹਿੰਦੇ, ਜਿਨ ਜਿਨ ਨਾਮ ਧਿਆਇਆ ਤਨਕੇ ਕਾਰ ਸਰੇ, ਹਰ ਗੁਰ ਪੂਰਾ ਰਾਧਿਆ ਦਰਗੇ ਸੱਚ ਖਰੇ, ਸਰਬ ਸੁਖਾਂ ਦੇ ਚਰਨ ਹਰ ਭਵਜਲ ਵਿਖਮ ਤਰੇ, ਪ੍ਰੇਮ ਭਗਤ ਨੇ ਪਾਇਆ ਬਿਖਿਆ ਨਾਹੀ ਜਰੇ, ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ, ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਜ਼ਰ ਕਰੇ ਨਦਰ ਕਰੇ, ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ। ਜਿੰਨੇ ਵੀ ਗੁਰੂ ਰਾਹੀਂ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰਿਆ, ਉਹਦੇ ਅੰਦਰ ਪ੍ਰੇਮਾ ਭਗਤੀ ਆ ਗਈ, ਕੂੜ ਤੋਂ ਮੁਕਤ ਹੋ ਗਿਆ। ਉਹਦੇ ਦੀ ਜ਼ਿੰਦਗੀ ਦਾ ਹਰ ਮਹੀਨਾ, ਹਰ ਮੁਹੂਰਤ, ਹਰ ਪਲ, ਹਰ ਘੜੀ ਸੁਹਾਵਣੀ ਹੋ ਗਈ, ਸੁਖਦਾਈ ਹੋ ਗਈ, ਆਨੰਦ ਨਾਲ ਭਰ ਗਈ। ਪਰ ਇਹ ਦਾਤ ਉਹਨੂੰ ਮਿਲਦੀ ਹੈ ਜਿਹਦੇ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ। ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਨੀ, ਵਾਹਿਗੁਰੂ ਜੀ ਸਾਡੇ ਤੇ ਵੀ ਬਖਸ਼ਿਸ਼ ਕਰੋ, ਤੁਹਾਡੀ ਰਹਿਮਤ ਦੇ ਨਾਲ ਹੀ ਸੁੱਖ ਮਿਲਦੇ। ਅੱਜ ਤੱਕ ਜਿਹਨੂੰ ਮਿਲਿਆ ਰਹਿਮ ਤੇਰੀ ਸੁੱਖ ਪਾਇਆ, ਹਰ ਮਨੁੱਖ ਨੂੰ ਜਿਹਨੂੰ ਸੁੱਖ ਮਿਲਿਆ ਹੈ, ਤੁਹਾਡੀ ਰਹਿਮਤ ਸਦਕਾ ਮਿਲਿਆ ਹੈ। ਤੇ ਸਦਾ ਨਾਨਕ ਕੀ ਅਰਦਾਸ, ਮੇਰੀ ਵੀ ਇਹ ਸਦਾ ਅਰਦਾਸ ਹੈ ਕਿ ਮੇਰੇ ਤੇ ਵੀ ਕਿਰਪਾ ਦ੍ਰਿਸ਼ਟ ਕਰਕੇ ਸਤ ਸੰਗਤ ਰਾਹੀਂ ਮੈਨੂੰ ਆਪਣੇ ਪਿਆਰ ਜੋੜੋ। ਜਿੱਥੇ ਗੁਰੂ ਕੇ ਬਚਨ ਆਪ ਜੀ ਨੇ ਸਰਵਣ ਕੀਤੇ ਨੇ, ਹਰ ਰੋਜ਼ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੀਵਨ ਇਤਿਹਾਸ ਦੀ ਕਥਾ ਵਿਚਾਰ ਆਪ ਜੀ ਸਰਵਣ ਕਰਦੇ ਹੋ। ਉਸ ਨਾਲ ਸੰਬੰਧਿਤ ਵਾਰਤਾ ਚੱਲ ਰਹੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਚ ਵਿਟਾਲੇ ਦੀ ਧਰਤੀ, ਸ਼ਿਵਰਾਤਰੀ ਦੇ ਦਿਨਾਂ 'ਚ ਬਹੁਤ ਵੱਡਾ ਇੱਥੇ ਮੇਲਾ ਲੱਗਦਾ ਹੈ। ਬਹੁਤ ਪ੍ਰਾਚੀਨ ਮੰਦਿਰ ਹੈ ਇੱਥੇ, ਬੜੇ ਬੜੇ ਸਿੱਧ ਜੋਗੀ ਇੱਥੇ ਇਕੱਠੇ ਹੋਇਆ ਕਰਦੇ ਸਨ। ਅੱਜ ਕੱਲ੍ਹ ਵੀ ਇਹ ਬੜਾ ਵੱਡਾ ਮੇਲਾ ਹੈ ਮਾਝੇ ਦੀ ਧਰਤੀ ਦਾ। ਇੱਥੇ ਗੁਰੂ ਨਾਨਕ ਸਾਹਿਬ ਜੀ ਵੀ ਆ ਗਏ। ਸਿੱਧਾਂ ਨੇ ਸੋਚਿਆ ਕਿ ਨਾਨਕ ਜਿੱਥੇ ਜਾਂਦੇ ਨੇ, ਇਹਨਾਂ ਦੀ ਜੈ ਜੈਕਾਰ ਹੁੰਦੀ ਹੈ, ਇਹ ਨਾਨਕ ਜੀ ਦਾ ਇਲਾਕਾ ਹੈ। ਇੱਥੇ ਇੱਕ ਵਾਰੀ ਨਾਨਕ ਜੀ ਨੂੰ ਜੇ ਅਸੀਂ ਈਨ ਮਨਾ ਲਈ ਜਾਂ ਨਾਨਕ ਜੀ ਨੂੰ ਜਿੱਤ ਲਿਆ ਤੇ ਫਿਰ ਸਾਡੀ ਜੈ ਜੈਕਾਰ ਹੋ ਜਾਏਗੀ। ਸਿੱਧਾਂ ਨੇ ਆਪਣੀ ਜਿੰਨੀ ਤਾਂਤਰਿਕ ਵਿਦਿਆ ਸੀ ਉਹ ਲਗਾਈ। ਸਿੱਧਾਂ ਨੇ ਸਤਿਗੁਰੂ ਜੀ ਦੇ ਨਾਲ ਗਿਆਨ ਚਰਚਾ ਵੀ ਕੀਤੀ, ਪਰ ਸਿੱਧਾਂ ਦੀਆਂ ਇਹ ਜਿੰਨੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਸਨ, ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਦੇ ਅੱਗੇ ਹੌਲੀਆਂ ਪੈ ਗਈਆਂ। ਇਹ ਗੁਰੂ ਸਾਹਿਬ ਜੀ ਦੇ ਅੱਗੇ ਬਰ ਮੇਚ ਨਾ ਆਏ। ਇਵੇਂ ਕਹਿ ਲਓ ਕਿ ਸਤਿਗੁਰੂ ਜੀ ਦੇ ਗਿਆਨ ਅੱਗੇ ਟਿਕ ਨਾ ਸਕੇ। ਆਖਰ ਸਿੱਧ ਸਤਿਗੁਰੂ ਜੀ ਦੇ ਨਾਲ ਚਰਚਾ ਕਰਦੇ ਨੇ, ਵਿਚਾਰ ਚਰਚਾ ਕਰਦੇ ਨੇ, ਗੱਲਬਾਤ ਕਰਦੇ ਨੇ। ਗੱਲਬਾਤ ਕਰਦਿਆਂ ਗੋਰਖਨਾਥ ਜਿਹੜਾ ਸਿੱਧਾਂ ਦਾ ਆਗੂ ਹੈ, ਉਹਨੇ ਕੋਈ ਸਵਾਲ ਕੀਤਾ ਹੈ। ਸਤਿਗੁਰੂ ਜੀ ਉਹਦੇ ਉੱਤਰ ਦੇ ਰਹੇ ਨੇ। ਆਓ ਆਪਾਂ ਮਿਲ ਕੇ ਗੁਰੂ ਕੇ ਇਹ ਬਚਨ ਸਰਵਣ ਕਰੀਏ। ਗੁਰੂ ਪਿਆਰ ਜੁੜੀਏ ਜੀ। ਗੁਰੂ ਚਰਨਾਂ ਦਾ ਧਿਆਨ ਧਰਦਿਆਂ ਸਾਰੇ ਹੀ ਉਚਾਰਨ ਕਰੀਏ, ਸਤਨਾਮ ਵਾਹਿਗੁਰੂ ਸਾਹਿਬ ਜੀ। ਪੁਨ ਗੋਰਖ ਗੁਰ ਸੰਗ ਉਚਾਰਾ, ਕਲੀ ਕਾਲ ਮੈਂ ਕਿਆ ਵਰਤਾਰਾ। ਗੋਰਖ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਹੈ, ਸਤਿਗੁਰੂ ਜੀ ਆ ਜਿਹੜਾ ਕਲਯੁਗ ਦਾ ਸਮਾਂ, ਇਹਦਾ ਵਰਤਾਰਾ ਕੀ ਹੈ? ਕਲਯੁਗ ਜਿਵੇਂ ਮਹੀਨੇ ਨੇ ਚੇਤ, ਵਿਸਾਖ, ਜੇਠ, ਹਾੜ, ਸਮੇਂ ਨੂੰ ਜਾਣਨ ਦਾ ਇੱਕ ਕੈਲੰਡਰ ਹੈ।
ਔਰ ਜਿਵੇਂ ਦਿਨ ਬਣਾਏ ਹੋਏ ਨੇ, ਹਫ਼ਤੇ ਦੇ ਦਿਨ ਨੇ, ਨਾਮ ਰੱਖੇ ਹੋਏ ਨੇ, ਤਿਵੇਂ ਯੁਗਾਂ ਦਾ ਵੀ ਇੱਕ ਟੇਬਲ ਬਣਾਇਆ ਹੋਇਆ ਕਿ ਇਹ ਸਤਯੁਗ ਹੈ, ਇਹ ਤ੍ਰੇਤਾ ਹੈ, ਦੁਆਪਰ ਹੈ, ਕਲਯੁਗ ਹੈ। ਲੇਕਿਨ ਮਹੀਨੇ ਬਦਲਦੇ ਨਾਲ ਕੋਈ ਮਨੁੱਖ ਦਾ ਸੁਭਾਅ ਨਹੀਂ ਬਦਲ ਜਾਂਦਾ। ਫਰਵਰੀ ਦਾ ਮਹੀਨਾ ਹੈ, ਅਸੀਂ ਜਨਵਰੀ 'ਚ ਵੀ ਇਹੋ ਜਿਹੇ ਸਾਂ, ਅਸੀਂ ਪਿਛਲੇ ਸਾਲ ਵੀ ਇਹੋ ਜਿਹੇ ਸਾਂ, ਆਉਣ ਵਾਲੇ ਸਮੇਂ 'ਚ ਵੀ ਇਹੋ ਜਿਹੇ ਰਹਿਣੇ। ਇਹ ਕੋਈ ਰੱਬ ਦਾ ਕਾਨੂੰਨ ਨਹੀਂ ਬਦਲ ਜਾਂਦਾ ਕਿ ਕੱਲ ਦੇ ਮਹੀਨੇ 'ਚ ਰੱਬ ਦਾ ਕੋਈ ਕਾਨੂੰਨ ਹੋਰ ਸੀ ਤੇ ਅੱਜ ਕੋਈ ਹੋਰ ਹੈ। ਪਰ ਕੁਝ ਲੋਕਾਂ ਨੇ ਇੱਕ ਧਾਰਨਾ ਬਣਾਈ ਹੈ ਕਿ ਸਤਯੁਗ ਦੇ ਸਮੇਂ 'ਚ ਲੋਕ ਬੜੇ ਚੰਗੇ ਸਨ। ਉਹ ਕਦੋਂ ਸੀ ਸਮਾਂ ਇਹ ਨਹੀਂ ਪਤਾ ਕਿਸੇ ਨੂੰ। ਕਲਯੁਗ ਦੇ ਲੋਕ ਬੜੇ ਮਾੜੇ ਨੇ ਜੀ। ਸਤਯੁਗ ਕੀ ਹੈ, ਕਲਯੁਗ ਕੀ ਹੈ, ਗੁਰਬਾਣੀ ਨੇ ਇਹਦੇ ਤੇ ਬਹੁਤ ਭਾਰੀ ਗਿਆਨ ਸਾਨੂੰ ਦਿੱਤਾ ਹੈ। ਗੁਰਬਾਣੀ ਕਹਿੰਦੀ ਕਿ ਧਰਤੀ ਤੇ ਸੂਰਜ ਦੇ ਚੱਕਰ ਦੇ ਨਾਲ ਸਮਾਂ ਤੁਰਿਆ ਜਾ ਰਿਹਾ ਹੈ, ਲੇਕਿਨ ਇਹਦੇ ਨਾਲ ਕੋਈ ਸਤਯੁਗ ਕਲਯੁਗ ਦਾ ਕੋਈ ਸੰਬੰਧ ਨਹੀਂ ਹੈ। ਸਤਯੁਗ ਕਲਯੁਗ ਦਾ ਸੰਬੰਧ ਮਨੁੱਖ ਦੇ ਸੁਭਾਅ ਦੇ ਨਾਲ ਹੈ, ਮਨੁੱਖ ਦੀ ਸੁਰਤ ਦੇ ਨਾਲ ਹੈ। ਔਰ ਗੁਰੂ ਸਾਹਿਬ ਜੀ ਨੇ ਬੜੇ ਸੋਹਣੇ ਸਵਾਲ ਕੀਤੇ ਇੱਕ ਥਾਂ ਤੇ। ਰਾਮਕਲੀ ਰਾਗ ਦਾ ਬਚਨ ਹੈ ਕਿ ਕਿਤੇ ਦੇਸ ਨਾ ਆਇਆ ਸੁਣੀਏ, ਕਿਤੇ ਦੇਸ ਨਾ ਬੈਠਾ। ਜਿਹਨੂੰ ਤੁਸੀਂ ਕਲਯੁਗ ਕਹਿੰਦੇ ਕਿੱਥੇ ਰਹਿੰਦਾ ਹੈ, ਕਿਹੜੇ ਮੁਲਕ ਵਿੱਚ ਰਹਿੰਦਾ ਹੈ? ਸਤਿਗੁਰੂ ਜੀ ਦੇ ਬਚਨ ਕਿ ਸੋਈ ਚੰਦ ਚੜੇ ਸਿਤਾਰੇ, ਸੋਈ ਦਿਨਿਰ ਤਬ ਤਰੇ, ਸਾ ਧਰਤੀ ਸਾ ਪਵਨ ਚਲਾਰੇ, ਜੋਗ ਜੀਵ ਖੇਲੇ ਥਾਮ ਕੈਸੇ। ਜਿਹਨੂੰ ਸਤਿਗੁਰੂ ਕਹਿੰਦੇ ਉਦੋਂ ਵੀ ਇਹੀ ਚੰਦਰਮਾ ਸੀ, ਸੂਰਜ ਸੀ, ਤਾਰੇ ਸਨ, ਧਰਤੀ ਸੀ, ਹਵਾ ਸੀ, ਸਭ ਕੁਝ ਸੀ, ਹੁਣ ਵੀ ਉਹੀ ਹੈ। ਉਹ ਕਲਯੁਗ ਕਿੱਥੇ ਰਹਿੰਦਾ ਜੀ? ਉਹ ਸਤਿਗੁਰੂ ਕਿੱਥੇ ਰਹਿੰਦਾ, ਕਿਵੇਂ ਵਰਤਦਾ ਹੈ? ਸਤਿਗੁਰੂ ਜੀ ਨੇ ਸਮਝਾਇਆ ਕਿ ਕਲਯੁਗ ਹੈ ਕੀ ਹੈ। ਗੋਰਖ ਵੀ ਕਹਿ ਰਿਹਾ ਜੀ, ਕਹਿੰਦੇ ਕਲਯੁਗ ਦਾ ਵਰਤਾਰਾ ਹੈ। ਕਲਯੁਗ ਕਿਵੇਂ ਵਰਤਦਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸਦੇ ਕਲਯੁਗ ਲੋਕਾਂ ਦੇ ਮਨਾਂ 'ਚ ਵਰਤਦਾ। ਕਲਯੁਗ ਜਿਹੜਾ ਉਹ ਟਾਈਮ ਦੇ ਬਤੀਤ ਹੋਣ ਨਾਲ ਨਹੀਂ, ਮਨੁੱਖ ਦੀ ਸੁਰਤ ਦੇ ਨਾਲ ਸੰਬੰਧ ਰੱਖਦਾ। ਸੋ ਇਹ ਸਿੱਧ ਨੇ ਸਵਾਲ ਕੀਤਾ ਕਿ ਕਲੀ ਕਾਲ ਮੈਂ ਸ੍ਰੀ ਕਰਤਾਰਾ, ਕਿਹੋ ਜਿਹਾ ਵਰਤਾਰਾ ਹੈ ਕਲਯੁਗ ਦੇ ਵਿੱਚ? ਬੈਠੇ ਸਭ ਹੀ ਸਿੱਧ ਸਮੀਪਾ, ਤਬ ਬੋਲੇ ਬੇਦੀ ਕੁਲ ਦੀਪਾ। ਬਹੁਤ ਸਾਰੇ ਸਿੱਧ ਸਤਿਗੁਰੂ ਜੀ ਦੇ ਕੋਲ ਬੈਠੇ ਨੇ, ਬੇਦੀ ਕੁਲ ਦੇ ਦੀਪਕ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਉਹਨਾਂ ਨੂੰ ਉੱਤਰ ਦਿੱਤਾ ਹੈ। ਸ਼ਲੋਕ ਮਹੱਲਾ ਪਹਿਲਾ। ਗੁਰੂ ਸਾਹਿਬ ਜੀ ਨੇ ਇੱਕ ਸ਼ਲੋਕ ਉਚਾਰਨ ਕੀਤਾ। ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਦੇ ਹੋ, ਉਹਦੇ ਵਿੱਚ ਇਹ ਸ਼ਲੋਕ ਅੰਕਿਤ ਹੈ। ਆਸਾ ਕੀ ਵਾਰ ਬਹੁਤ ਕ੍ਰਾਂਤੀਕਾਰੀ ਬਾਣੀ ਹੈ। ਇਵੇਂ ਕਹਿ ਲਓ, ਰਾਜਤੰਤਰ ਦੇ ਵਿੱਚ ਜੋ ਭ੍ਰਿਸ਼ਟਾਚਾਰ ਵਾਪਰਦਾ ਜਾਂ ਵਾਪਰ ਰਿਹਾ ਹੈ, ਉਹਦੇ ਬਖੀਏ ਉਧੇੜਨ ਦੇ ਲਈ ਆਸਾ ਦੀ ਵਾਰ। ਧਰਮ ਦੀ ਦੁਨੀਆ 'ਚ ਜੋ ਕਰਮਕਾਂਡ ਹੈ, ਪਖੰਡ ਹੈ, ਉਹਦੀਆਂ ਧੱਜੀਆਂ ਉਡਾਉਣ ਲਈ ਆਸਾ ਦੀ ਵਾਰ। ਜ਼ਿੰਦਗੀ ਨੂੰ ਸਫਲ ਕਿਵੇਂ ਬਣਾਉਣਾ ਹੈ, ਉਹਦਾ ਗਿਆਨ ਆਸਾ ਦੀ ਵਾਰ। ਆਸਾ ਦੀ ਵਾਰ ਦੇ ਅੰਦਰ ਬਹੁਤ ਇਨਕਲਾਬੀ ਬਚਨ ਸਤਿਗੁਰੂ ਜੀ ਨੇ ਕਹੇ ਨੇ। ਜਿੰਨੀ ਇਹ ਮਹਾਨ ਬਾਣੀ ਹੈ ਔਰ ਜਿੰਨਾ ਇਹਨੂੰ ਅਸੀਂ ਰੋਜ਼ ਗੁਰੂ ਘਰਾਂ 'ਚ ਪੜ੍ਹਨ ਦੀ ਸਤਿਗੁਰੂ ਜੀ ਨੇ ਮਰਜ਼ਾਦਾ ਬਣਾਈ ਹੈ, ਉਹਨੇ ਇਹਦੇ ਵੱਲੋਂ ਅਸੀਂ ਬਹੁਤ ਜ਼ਿਆਦਾ ਅਵੇਸਲੇ ਹੋ ਗਏ, ਲਾਪਰਵਾਹ ਹੋ ਗਏ। ਆਸਾ ਦੀ ਵਾਰ ਦੇ ਪ੍ਰਤੀ ਸਾਡੀ ਉਹ ਖਿੱਚ ਨਹੀਂ ਰਹੀ। ਬੜਾ ਪਿਆਰਾ ਸਮਾਂ ਸੀ, ਛੋਟੇ ਹੁੰਦਿਆਂ ਦੇਖਦੇ ਸਾਂ ਬਜ਼ੁਰਗ ਪਿੰਡਾਂ 'ਚ ਢੋਲਕੀਆਂ ਛਿਆਣਿਆਂ ਦੇ ਨਾਲ ਹੀ ਕਹਿੰਦੇ ਜੀ ਵਾਰ ਲਗਾਉਣੀ ਹੈ, ਘਰਾਂ 'ਚ ਵਾਰ ਲਗਾਉਣੀ ਹੈ। ਰਲ ਕੇ ਕੀਰਤਨ ਕਰਿਆ ਕਰਦੇ ਸਨ ਜੋਟੀਆਂ 'ਚ, ਬੜਾ ਆਨੰਦਮਈ ਮਾਹੌਲ ਹੁੰਦਾ ਸੀ। ਹੁਣ ਤੇ ਅੱਜ ਦਾ ਸਮਾਂ ਜਿਹਨੂੰ ਕਹਿੰਦੇ ਨਾ ਤਰੱਕੀ ਕਰ ਲਈ ਮਨੁੱਖ ਨੇ ਬੜੀ, ਇਹ ਤਰੱਕੀ ਨਹੀਂ। ਮਨੁੱਖ ਤਾਂ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਚੰਗੇ ਕਰਮਾਂ ਨਾਲੋਂ ਟੁੱਟ ਗਏ। ਇਸ ਤਰੱਕੀ ਨੇ ਸਾਡੇ ਪਰਿਵਾਰ ਤੋੜ ਦਿੱਤੇ। ਟੈਲੀਵਿਜ਼ਨ ਆ ਗਏ, ਸਾਡੇ ਹੱਥਾਂ 'ਚ ਫੋਨ ਆ ਗਏ, ਬੱਚਾ ਉਸ ਨੁਕਰੇ ਬੈਠਾ ਹੈ, ਮਾਂ ਉਹ ਨੁਕਰੇ ਬੈਠੀ ਹੈ, ਪਿਓ ਉਧਰ ਬੈਠਾ ਹੋਇਆ। ਇਹ ਤਰੱਕੀ ਹੋ ਗਈ ਹੈ। ਹੁਣ ਆਪਾਂ ਇੱਕ ਤੋਂ ਅਨੇਕ ਬਣ ਗਏ ਪਰਿਵਾਰਾਂ ਤੋਂ। ਇਹ ਆਸਾ ਦੀ ਵਾਰ ਦੇ ਨਾਲੋਂ ਸਾਡਾ ਪਿਆਰ ਟੁੱਟ ਗਿਆ। ਇਹੀ ਕਾਰਨ ਹੈ ਕਿ ਪੈਸੇ ਬਹੁਤ ਆ ਜਾਣਗੇ, ਸਾਧਨ ਸੁੱਖ ਸਹੂਲਤਾਂ ਬਹੁਤ ਆ ਜਾਣਗੀਆਂ, ਪਰ ਉਹ ਜਿਹੜਾ ਪਰਿਵਾਰਕ ਸੁੱਖ ਹੈ ਜਾਂ ਉਹ ਜਿਹੜਾ ਜ਼ਿੰਦਗੀ ਦਾ ਸੁੱਖ ਹੈ, ਉਹਦੇ ਤੋਂ ਅਸੀਂ ਵਾਂਝੇ ਹੋਈ ਚਲੇ ਜਾ ਰਹੇ ਹਾਂ। ਬੇਨਤੀ ਕਰਿਆ ਆਸਾ ਕੀ ਵਾਰ ਦਾ ਪਵਿੱਤਰ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਿਆ, ਬੜਾ ਪਿਆਰਾ ਹੈ, ਆਪ ਜੀ ਸਰਵਣ ਕਰੋ ਜੀ। ਸੱਚ ਕਾਲ ਕੂੜ ਵਰਤਿਆ, ਕਲ ਕਾ ਲਿਖ ਬੇਤਾਲ। ਕਲਯੁਗ ਕੀ ਹੈ? ਸਤਿਗੁਰੂ ਜੀ ਕਹਿੰਦੇ ਜਿੱਧਰ ਨਜ਼ਰ ਮਾਰਦੇ ਆ ਸੱਚ ਦਾ ਤੇ ਕਾਲ ਹੀ ਪੈ ਗਿਆ। ਸੱਚ ਲੱਭਣਾ ਹੀ ਬੜਾ ਔਖਾ ਹੋ ਗਿਆ। ਇੱਕ ਥਾਂ ਤੇ ਸਤਿਗੁਰੂ ਜੀ ਨੇ ਕਿਹਾ ਸੀ ਕੂੜ ਫੇਰੇ ਪ੍ਰਧਾਨ ਵੇ ਲਾਲੋ। ਜਿਹੜਾ ਰੱਜ ਕੇ ਝੂਠਾ ਹੈ ਉਹ ਚੌਧਰੀ ਬਣ ਜਾਂਦਾ ਹੈ, ਜਿਹੜਾ ਰੱਜ ਕੇ ਝੂਠ ਨੂੰ ਸੱਚ ਬਣਾ ਸਕਦਾ ਹੈ ਉਹ ਵਿਦਵਾਨ ਬਣ ਜਾਂਦਾ ਹੈ।
ਉਹ ਲੋਕਾਂ ਦਾ ਆਗੂ ਬਣ ਜਾਂਦਾ ਹੈ। ਇਹ ਹੈ ਕਲਯੁਗ। ਕਲਯੁਗ ਕੀ ਹੈ? ਕਰੇ ਧੰਗਾਣਾ ਹੋਏ ਪ੍ਰਵਾਣਾ ਕਲ ਲੱਖਣ ਪਰਵਾਨ। ਕੋਈ ਬੰਦਾ ਧੱਕੇ ਨਾਲ, ਕੋਈ ਬੰਦਾ ਹੇਰਾ ਫੇਰੀ ਦੇ ਨਾਲ, ਕੋਈ ਬੰਦਾ ਬੇਈਮਾਨੀ ਦੇ ਨਾਲ ਆਗੂ ਬਣ ਜਾਏ ਤੇ ਦੁਨੀਆ ਉਹਨੂੰ ਆਗੂ ਮੰਨ ਲੇ, ਦੁਨੀਆ ਉਹਨੂੰ ਆਗੂ ਮੰਨ ਲੇ, ਸਮਝੋ ਕਲਯੁਗ ਹੈ। ਕਲਯੁਗ ਕੀ ਹੈ? ਸਾਡੀਆਂ ਅੱਖਾਂ ਦੇ ਸਾਹਮਣੇ ਧੱਕਾ ਹੋ ਰਿਹਾ, ਸਾਡੀਆਂ ਅੱਖਾਂ ਦੇ ਸਾਹਮਣੇ ਭ੍ਰਿਸ਼ਟਾਚਾਰ ਹੋ ਰਿਹਾ ਹੈ, ਅਸੀਂ ਚੁੱਪ ਕਰਕੇ ਬੈਠੇ ਰਹੀਏ, ਇਹਨੂੰ ਹੀ ਤੇ ਕਲਯੁਗ ਕਿਹਾ ਜਾਂਦਾ ਹੈ। ਹੋਰ ਕਲਯੁਗ ਬਾਹਰੋਂ ਥੋੜਾ ਹੋਣਾ ਹੈ, ਕਲਯੁਗ ਤੇ ਸਾਡੇ ਅੰਦਰ ਬੈਠਾ ਹੋਇਆ ਹੈ। ਸੱਚ ਕਾਲ ਕੂੜ ਵਰਤਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਸੱਚ ਦਾ ਤੇ ਕਾਲ ਹੀ ਪੈ ਗਿਆ, ਸੱਚ ਲੱਭਣਾ ਹੀ ਬੜਾ ਔਖਾ ਹੈ, ਸੱਚ ਦੀ ਗੱਲ ਕਰਨ ਵਾਲੇ ਲੱਭਣੇ ਬੜੇ ਔਖੇ ਨੇ। ਔਰ ਜਿੱਧਰ ਦੇਖਦੇ ਆ ਕੂੜ ਹੀ ਕੂੜ ਵਰਤਿਆ ਹੋਇਆ ਹੈ। ਕਲ ਕਾਲਖ ਬੇਤਾਲ। ਔਰ ਉਹ ਜਿਹੜਾ ਹੈ ਨਾ ਕਲਯੁਗ ਦੀ ਕਾਲਖ, ਉਹ ਕਾਲਖ ਮਨੁੱਖਾਂ ਦੇ ਹਿਰਦਿਆਂ 'ਚ ਹੈ। ਬੇਤਾਲ ਦਾ ਅਰਥ ਹੁੰਦਾ ਹੈ ਭੂਤਨਾ। ਬੇਤਾਲ ਵੈਸੇ ਹੁੰਦਾ ਜਿਹਨੂੰ ਤਾਲ ਨਾ ਹੋਏ ਜ਼ਿੰਦਗੀ ਦਾ, ਕੋਈ ਜਿਹਨੂੰ ਜ਼ਿੰਦਗੀ ਜੀਉਣ ਦਾ ਢੰਗ ਨਾ ਹੋਏ। ਸਤਿਗੁਰੂ ਜੀ ਕਹਿੰਦੇ ਮਨੁੱਖਾਂ ਦੇ ਅੰਦਰ ਕਲਯੁਗ ਦੀ ਕਾਲਖ ਹੈ ਤੇ ਮਨੁੱਖ ਤੇ ਭੂਤਨੇ ਬਣੇ ਬੈਠੇ ਨੇ। ਅਸੀਂ ਇੱਕ ਧਾਰਨਾ ਬਣਾਈ ਹੈ ਕਿ ਬੰਦਾ ਮਰਨ ਤੋਂ ਬਾਅਦ ਪ੍ਰੇਤ ਬਣਦਾ। ਕੀ ਕਹਿੰਦੇ ਜੀ? ਮਰਨ ਤੋਂ ਬਾਅਦ ਆਤਮਾ ਭਟਕਦੀਆਂ ਨੇ। ਮਰਨ ਤੋਂ ਬਾਅਦ ਆਤਮਾ ਭਟਕਦੀਆਂ ਤੁਸੀਂ ਕਿਤੇ ਦੇਖੀਆਂ ਨਹੀਂ ਹੋਣਗੀਆਂ, ਸੁਣੀਆਂ ਹੀ ਹੋਣਗੀਆਂ। ਜੇ ਕਿਸੇ ਨੇ ਦੇਖੀਆਂ ਤੇ ਦੱਸੋ, ਸੁਣੀਆਂ ਹੀ ਨੇ। ਜਿਉਂਦੀਆਂ ਆਤਮਾ ਬੜੀਆਂ ਭਟਕ ਰਹੀਆਂ ਨੇ। ਜਿਉਂਦੇ ਬੰਦੇ ਭਟਕ ਰਹੇ ਨੇ, ਮਰਨ ਤੋਂ ਬਾਅਦ ਭਟਕਣ ਦੀ ਕੀ ਲੋੜ ਹੈ? ਜਿਉਂਦੇ ਭਟਕੇ ਹੋਏ ਆਪ। ਕਈ ਕਹਿੰਦੇ ਜੀ ਪ੍ਰੇਤ ਮਰਨ ਤੋਂ ਬਾਅਦ ਬਣਦਾ ਹੈ, ਪਰ ਗੁਰਬਾਣੀ ਕਹਿੰਦੀ ਜਿਉਂਦਾ ਹੀ ਪ੍ਰੇਤ ਹੈ। ਹਰ ਬਿਸਰ ਤੇ ਪ੍ਰੇਤਤ ਹੈ। ਜਿਨ੍ਹਾਂ ਨੇ ਰੱਬ ਨੂੰ ਭੁਲਾ ਦਿੱਤਾ ਉਹ ਤੇ ਜਿਉਂਦੇ ਭੂਤ ਨੇ ਬਣੇ ਬੈਠੇ ਨੇ, ਉਹ ਜਿਉਂਦੇ ਪ੍ਰੇਤ ਬਣੇ ਬੈਠੇ ਨੇ। ਉਹ ਜਿਉਂਦੇ ਬੇਤਾਲ। ਬੇਤਾਲ ਦਾ ਅਰਥ ਹੁੰਦਾ ਜਿਹਦੀ ਜ਼ਿੰਦਗੀ ਦਾ ਕੋਈ ਤਾਲ ਨਾ ਹੋਏ, ਕੋਈ ਸੁਰ ਨਾ ਹੋਏ, ਜਿਹਨੂੰ ਜਿਉਣ ਦਾ ਢੰਗ ਨਾ ਹੋਏ। ਤੇ ਆਪਾਂ ਦੇਖਦੇ ਹੀ ਆ ਦੁਨੀਆ ਬੇਤਾਲੀ ਤੁਰੀ ਫਿਰਦੀ ਹੈ। ਗੁਰਬਾਣੀ ਕਹਿੰਦੀ ਬਿਨ ਨਾਵੇਂ ਜਗ ਕਮਲਾ ਫਿਰੈ। ਮਨੁੱਖ ਤਾਂ ਨਾਮ ਤੋਂ ਬਿਨਾਂ ਕਮਲਿਆਂ ਵਾਂਗੂ ਤੁਰਿਆ ਫਿਰਦਾ। ਕਿੰਨੀ ਦੌੜ ਭੱਜ ਬੰਦਾ ਕਰਦਾ ਹੈ, ਦਿਨ ਰਾਤ ਕਰਦਾ ਹੈ, ਸੁੱਖ ਫੇਰ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਲ ਕਾਲਖ ਬੇਤਾਲ। ਮਨੁੱਖ ਦੇ ਅੰਦਰ ਕਾਲਖ ਹੈ ਕੂੜ ਦੀ, ਔਰ ਮਨੁੱਖ ਭੂਤਨਾ ਬਣ ਗਿਆ। ਇਹ ਹੈ ਕਲਯੁਗ ਦੀ ਨਿਸ਼ਾਨੀ। ਬੀਓ ਬੀਜ ਬਦਲੇ ਗਏ ਅਬ ਕਿਉ ਗਵੇ ਦਾਲ। ਜਿਨ੍ਹਾਂ ਨੇ ਤੇ ਬੀਜ ਬੀਜਿਆ ਉੱਥੇ ਤੇ ਕੋਈ ਨਾ ਕੋਈ ਚੀਜ਼ ਉਗ ਪਏਗੀ। ਬੀਓ ਬੀਜ ਪਤ ਲੈ ਗਏ। ਜਿਨ੍ਹਾਂ ਨੇ ਜ਼ਿੰਦਗੀ ਅੰਦਰ ਮਨ ਇਕਾਗਰ ਕਰਕੇ ਕੋਈ ਚੰਗੇ ਕੰਮ ਕੀਤੇ ਉਤੇ ਇੱਜ਼ਤ ਲੈ ਗਏ, ਉਹਨਾਂ ਦੀ ਵਡਿਆਈ ਬਣ ਗਈ। ਪਰ ਅਬ ਕਿਉਂ ਉਗਵੇ ਦਾਲ। ਹੁਣ ਕੋਈ ਵੀ ਦਾਣਾ ਜਿਹੜਾ ਦੁਫਾੜ ਕਰ ਦਿਓ, ਮੰਨ ਲਓ ਤੁਸੀਂ ਛੋਲਿਆਂ ਦੀ ਫਸਲ ਬੀਜਣੀ ਹੈ, ਮਾਹਾਂ ਦੀ ਫਸਲ ਬੀਜਣੀ ਹੈ, ਮੂੰਗੀ ਬੀਜਣੀ ਹੈ, ਕੋਈ ਦਾਲ ਬੀਜਣੀ ਹੈ, ਜੇ ਤੇ ਦਾਣੇ ਸਾਬਤ ਨਹੀਂ ਹੋਤੇ ਉੱਗ ਜਾਣਗੇ। ਤੇ ਜੇ ਤੁਸੀਂ ਉਹਨਾਂ ਦੀ ਦਾਲ ਬਣਾ ਕੇ ਬੀਜੋਗੇ ਫਿਰ ਕਿੱਦਾਂ ਉੱਗ ਪੈਣਗੇ? ਦਾਲ ਨਹੀਂ ਉਗਣੀ। ਜੇ ਤੇ ਤੁਹਾਡਾ ਮਨ ਇਕਾਗਰ ਹੈ ਫਿਰ ਤੇ ਤੁਸੀਂ ਰੱਬ ਦੇ ਪਿਆਰ ਜੁੜੋਗੇ, ਤੁਹਾਨੂੰ ਜ਼ਿੰਦਗੀ ਦਾ ਸੁੱਖ ਮਿਲੇਗਾ। ਹੁਣ ਮਨ ਦਾਲ ਬਣਿਆ, ਦੁਬਦਾ ਚ ਹੈ, ਦਵੈਤ ਵਿੱਚ ਹੈ, ਮਨ ਤਾਂ ਭਟਕ ਰਿਹਾ ਹੈ, ਬਾਹਰੋਂ ਮੈਂ ਸੁਖਨੀ ਸਾਹਿਬ ਪੜ੍ਹੀ ਜਾ ਰਿਹਾ। ਪੜ੍ਹਨਾ ਤਾਂ ਚੰਗੀ ਗੱਲ ਹੈ, ਪਰ ਅਬ ਕਿਉਂ ਉਗਵੇ ਦਾਲ। ਜੇ ਮਨ ਦਾਲ ਵਰਗਾ, ਦੁਬਦਾ ਵਰਗਾ, ਭਟਕਣਾ ਵਿੱਚ ਹੈ ਤੇ ਜ਼ਿੰਦਗੀ 'ਚ ਸੁੱਖ ਦੀ ਫਸਲ ਪੈਦਾ ਨਹੀਂ ਹੋਵੇਗੀ। ਸੁੱਖ ਮੰਨਣਾ ਹੈ ਤੇ ਸਤਿਗੁਰੂ ਜੀ ਨੇ ਕਿਹਾ ਸੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚਿਤ। ਇਕਾਗਰ ਚਿਤ ਹੋ ਕੇ ਵਾਹਿਗੁਰੂ ਜੀ ਦੇ ਪਿਆਰ ਜੁੜੋ। ਤੁਸੀਂ ਬਹੁਤ ਭਾਗਾਂ ਵਾਲੇ ਜਿਹੜੇ ਗੁਰੂ ਘਰ ਚ ਆਏ ਹੋ, ਜਿਹੜਾ ਜਦੋਂ ਵੀ ਆਉਂਦਾ ਬੇਨਤੀ ਕਰਾਂ ਜਦੋਂ ਆਓ ਇੱਥੇ ਇਕਾਗਰ ਚਿਤ ਹੋ ਕੇ ਬੈਠ ਜਾਓ। ਐ ਨਹੀਂ ਪਿੱਛੇ ਜੇ ਲਾ ਕੇ ਗੱਲਾਂ ਹੀ ਕਰੀ ਰਹੋ, ਕੋਈ ਇੱਧਰ ਲਾ ਕੇ ਗੱਲਾਂ ਕਰੀ ਜਾਏ, ਕੋਈ ਪਿੱਛੇ ਬੈਠ ਕੇ ਫੋਨ ਸੁਣੀ ਜਾਏ, ਉਹਦੇ ਨਾਲੋਂ ਨਾ ਹੀ ਆਓ ਭਾਈ। ਇੱਕ ਤੇ ਆਪ ਡਿਸਟਰਬ, ਇੱਕ ਅਸੀਂ ਦੂਜੇ ਨੂੰ ਕਰ ਦਿੱਤਾ, ਨਾ ਕਿਸੇ ਜੁੜੇ ਤੇ ਨਾ ਕਿਸੇ ਨੂੰ ਜੁੜ ਦਿੱਤਾ। ਕਿਸੇ ਨੂੰ ਜੋੜਨਾ ਬਹੁਤ ਵੱਡਾ ਪੁੰਨ ਹੈ, ਕਿਸੇ ਨੂੰ ਜੋੜਨਾ ਬਹੁਤ ਵੱਡਾ ਪੁੰਨ ਹੈ। ਤੇ ਜੇ ਜੋੜਨਾ ਪੁੰਨ ਹੈ ਨਾ, ਤੋੜਨਾ ਕੀ ਹੋ ਸਕਦਾ? ਫਿਰ ਉਹ ਪਾਪ ਹੀ ਹੋ ਸਕਦਾ ਨਾ, ਕਿਸੇ ਨੂੰ ਤੋੜਨਾ। ਅਸੀਂ ਆਪਣੀ ਗੱਲ ਕਰਦੇ ਐਵੇਂ ਟੇਢੇ ਮੇਢੇ ਇੱਧਰ ਉੱਧਰ ਹੋ ਕੇ ਦੂਜਿਆਂ ਨੂੰ ਡਿਸਟਰਬ ਕਰ ਦਿੰਦੇ ਆ। ਫਿਰ ਅਸੀਂ ਕਹਿੰਦੇ ਜੀ ਗੁਰੂ ਘਰ ਜਾਈਦਾ, ਸਾਡੀ ਅਰਦਾਸ ਨਹੀਂ ਮੰਨੀ ਜਾਂਦੀ। ਬੜਾ ਜਾਣੇ ਜੀ ਸੇਵਾ ਬੜੀ ਕਰਦੇ ਆ, ਪਤਾ ਨਹੀਂ ਪ੍ਰਮਾਤਮਾ ਸਾਡੀ ਸੁਣਦਾ ਹੀ ਨਹੀਂ। ਪ੍ਰਮਾਤਮਾ ਤਾਂ ਮਿਹਰਬਾਨ ਹੈ, ਪ੍ਰਮਾਤਮਾ ਸਦ ਸੁਣਦਾ, ਸਦ ਵੇਖਦਾ। ਸਾਨੂੰ ਸੁਣਾਉਣਾ ਨਹੀਂ ਆਉਂਦਾ, ਅਸੀਂ ਫਾਰਮੈਲਿਟੀ ਕਰਦੇ ਆ। ਗੁਰੂ ਬਾਬਾ ਜੀ ਕਹਿੰਦੇ ਅਬ ਕਿਉਂ ਉਗਵੇ ਦਾਲ। ਦਾਲ ਨਹੀਂ ਜੋ ਪੈਦਾ ਹੋਣੀ। ਇਕਾਗਰ ਚਿਤ ਹੋ ਕੇ ਜੁੜੋ ਗੁਰੂ ਦੇ ਕੋਲ। ਜਿੰਨਾ ਚਿਰ ਵੀ ਗੁਰੂ ਕੋਲ ਆਓ ਤੁਸੀਂ ਵੱਡੇ ਭਾਗਾਂ ਵਾਲੇ ਹੋ। ਅਰਦਾਸ ਕਰੋ ਕਿ ਇੱਕ ਛਿਨ ਵੀ ਇਕਾਗਰ ਹੋ ਗਏ ਨਾ ਆਪਾਂ, ਇੱਕ ਛਿਨ ਸਾਡਾ ਹੋਣਾ ਸਫਲ ਹੋ ਜਾਏਗਾ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੀ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ, ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੀ ਰੁੱਤ ਹੋਏ। ਉਹ ਬੀਜ ਵੀ ਤਾਂ ਉਗਦਾ ਜੇ ਰੁੱਤ ਠੀਕ ਹੋਏ ਤਾਂ। ਕੁਰਤਾ ਬੀਜ ਬੀਜੈ ਨਹੀਂ ਜੰਮੈ, ਰੁੱਤ ਲੰਘ ਜਾਏ ਵੱਤਰ ਵੀ ਨਾ ਹੋਏ। ਵੱਤਰ ਦਾ ਹੁੰਦਾ ਖਾਸ ਸਲਾਬ ਹੋਣੀ ਚਾਹੀਦੀ ਮਿੱਟੀ ਦੇ ਅੰਦਰ, ਗਿੱਲ ਹੋਣੀ ਚਾਹੀਦੀ ਤਾਂ ਬੀਜ ਉਗਦਾ ਹੈ। ਥੋੜਾ ਕਿ ਜਾਂ ਬਹੁਤਾ ਪਾਣੀ ਦੇਤਾ ਤਾਂ ਵੀ ਨਹੀਂ ਉਗਣਾ, ਜੇ ਨਾ ਪਾਣੀ ਹੋਇਆ ਸੁੱਕ ਗਈ ਧਰਤੀ ਤਾਂ ਵੀ ਨਹੀਂ ਉਗਣਾ। ਰੁੱਤੀ ਹੀ ਰੁੱਤ ਹੋਏ। ਰੁੱਤੀ ਹੀ ਰੁੱਤ ਦਾ ਵੇਲਾ ਦਾ ਅਰਥ ਹੈ ਅੰਮ੍ਰਿਤ ਵੇਲਾ ਹੋਏ ਜਾਂ ਸਤ ਸੰਗਤ ਦਾ ਮਾਹੌਲ ਹੋਏ, ਜਿੱਥੇ ਅਸੀਂ ਬੈਠ ਕੇ ਇਕਾਗਰ ਚਿਤ ਵਾਹਿਗੁਰੂ ਜੀ ਦੇ ਪਿਆਰ ਜੁੜ ਸਕੀਏ। ਯਕੀਨਨ ਸਾਡਾ ਕੀਤਾ ਹੋਇਆ ਕਰਮ ਸਫਲ ਹੋਏਗਾ। ਪਰਮਾਤਮਾ ਇੰਨਾ ਮਿਹਰਬਾਨ ਹੈ, ਇੱਕ ਤਿਲ ਨਹੀਂ ਭੰਨੈ ਘੱਲ ਹੈ। ਉਹ ਇੱਕ ਤਿਲ ਜਿੰਨੀ ਤੁਹਾਡੀ ਘਾਲਣਾ ਨੂੰ ਬਿਰਥਾ ਨਹੀਂ ਦਾਨ ਦੇਣਾ ਚਾਹੁੰਦਾ, ਲੇਕਿਨ ਅਸੀਂ ਘਾਲਣਾ ਕਰਦੇ ਨਹੀਂ ਨਾ। ਅਸੀਂ ਤਾਂ ਜਿਵੇਂ ਦੁਨੀਆ 'ਚ ਨਹੀਂ ਹੈ, ਹਾਲਾਂਕਿ ਅਸੀਂ ਕੋਈ ਆਪਣਾ ਕੰਮ ਕਰਨਾ ਹੋਏ ਨਾ ਦੁਨਿਆਵੀ, ਕਿਤੇ ਪੈਸੇ ਪੂਸੇ ਗਿਣਨੇ ਹੋਣ ਨਾ, ਕਿੰਨੀ ਕੁੰਡੀ ਲਾ ਦਿਓ, ਹਿਸਾਬ ਕਿਤਾਬ ਕਰਨਾ, ਨਿਆਣੇ ਡਿਸਟਰਬ ਨਾ ਕਰਨ। ਕਿਤੇ ਮੂਵੀ ਮਾਵੀ ਦੇਖਣ ਚੱਲ ਜਾਓ, ਸਿਨੇਮੇ ਘਰ ਕੋ ਬੋਲੇ ਤੇ ਆਪਾਂ ਬੜਾ ਗੁੱਸਾ ਮਨਾਉਂਦੇ ਹਾਂ, ਕਿਨੂੰ ਬਹਿਣਾ ਹੀ ਨਹੀਂ ਆਉਂਦਾ ਇੱਥੇ ਆ ਕੇ ਸਿਨੇਮੇ ਘਰ 'ਚ। ਕਦੀ ਗੁਰਦੁਆਰੇ ਵੀ ਕਿਹਾ ਕਰੀਏ ਵੀ ਗੁਰਦੁਆਰੇ ਤੁਹਾਨੂੰ ਬਹਿਣਾ ਨਹੀਂ ਆਉਂਦਾ, ਤੁਰੇ ਫਿਰਦੇ ਹੋ ਤੁਸੀਂ। ਕਦੀ ਇਹ ਸਾਡੀ ਡਿਊਟੀ ਹੈ ਮਾਫ ਕਰਨਾ ਹਰ ਬੰਦੇ ਦੀ। ਇਹ ਨਹੀਂ ਕਿ ਮੈਂ ਬੈਠਾ ਦੂਜੇ ਨੂੰ ਮੈਂ ਨਹੀਂ ਕਹਿਣਾ ਜੀ ਗੁੱਸਾ ਕਰ ਲੈ, ਜਿਹੜਾ ਕਰਦਾ ਕਰ ਲੈ। ਉਹਨੂੰ ਕਹੋ ਵੀ ਜੇ ਤੈਨੂੰ ਗੁਰਦੁਆਰੇ ਬਹਿਣਾ ਹੀ ਨਹੀਂ ਆਉਂਦਾ, ਆ ਕੇ ਤੈਨੂੰ ਸੁਣਨਾ ਹੀ ਨਹੀਂ ਆਉਂਦਾ, ਤੇ ਭਾਈ ਬਾਹਰ ਚੱਲ ਜਾ, ਤੁਰਨ ਫਿਰ ਲਈ ਬਾਹਰ ਕਿੰਨੀ ਖੁੱਲੀ ਜਗ੍ਹਾ ਹੈ, ਆ ਬਾਹਰ ਸਾਰੀ ਜਗ੍ਹਾ ਗੱਲਾਂ ਕਰਨ ਲਈ ਉੱਥੇ ਚਲੇ ਜਾ। ਇਹ ਗੁਰੂ ਦਾ ਘਰ ਸੁਣਨ ਦੇ ਲਈ ਹੈ, ਇਹ ਗੁਰੂ ਦਾ ਘਰ ਜੋੜਨ ਦੇ ਲਈ ਹੈ। ਬਾਬਾ ਜੀ ਨੇ ਹਰ ਉਸ ਪ੍ਰਾਣੀ ਨੂੰ ਜਿਹੜਾ ਗੁਰੂ ਦੀ ਹਜ਼ੂਰੀ ਚਾਹੁੰਦੇ ਗੱਲ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋ ਜੋੜੀ, ਗੁਰਮੁਖ ਬੈਸੋ ਸਫਾ ਵਿਸਾਈ। ਸੋ ਸਤਿਗੁਰੂ ਜੀ ਕਹਿੰਦੇ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੀ ਰੁੱਤ ਹੋਏ। ਇੱਕ ਮਨ ਇਕਾਗਰ ਹੋਏ, ਦੂਜਾ ਰੁੱਤ ਅਨੁਕੂਲ ਹੋਏ, ਭਾਵ ਸਤ ਸੰਗਤ ਦਾ ਜਾਂ ਅੰਮ੍ਰਿਤ ਵੇਲੇ ਦਾ ਮਾਹੌਲ ਹੋਏ, ਤੇ ਯਕੀਨਨ ਤੁਹਾਡਾ ਕਰਮ ਜਿਹੜਾ ਪ੍ਰਫੁੱਲਤ ਹੋਏਗਾ। ਨਾਨਕ ਬਾਹੈ ਬਾਹਰਾ ਕੋਰੇ ਰੰਗ ਨਾ ਸੋਏ। ਸਾਹਿਬ ਜੀ ਕਹਿੰਦੇ ਕੋਰੇ ਕੱਪੜੇ ਕਦੀ ਰੰਗ ਨਹੀਂ ਚੜਦਾ। ਅਸੀਂ ਕਈ ਵਾਰੀ ਕੋਈ ਕੱਪੜਾ ਲੈਨੇ ਆ, ਉਹਦੇ ਉੱਪਰ ਮਾਇਆ ਮੋਇਆ ਜੀ ਲੱਗੀ ਹੁੰਦੀ ਆ, ਤੁਸੀਂ ਉੱਤੇ ਰੰਗ ਚੜਨਾ ਚਾਹੋ ਚੜੇਗਾ ਥੋੜੋ। ਲਿਲਾਰੀ ਉਹਨੂੰ ਪਾਉਂਦਾ ਹੈ, ਰੰਗ ਕਾਟ ਪਾ ਕੇ ਕਾੜਦਾ ਹੈ, ਉਹਦਾ ਪਹਿਲਾ ਜਿਹੜਾ ਉਹਦੇ ਉੱਪਰ ਰੰਗ ਚੜਿਆ ਉਹਨੂੰ ਉਤਾਰਦਾ ਹੈ, ਉਦੋਂ ਬਾਅਦ ਉਹਦੇ ਉੱਪਰ ਰੰਗ ਚੜਦਾ ਹੈ। ਸਾਡੇ ਮਨ ਤੇ ਤਾਂ ਇਹ ਤਨ ਮਾਇਆ ਮੋਹਿਆ, ਸਾਡੇ ਅੰਦਰ ਤਾਂ ਮਾਇਆ ਦਾ ਰੰਗ ਚੜਿਆ ਹੋਇਆ ਹੈ, ਤੇ ਅਸੀਂ ਚਾਹੀਏ ਕਿ ਇਹਦੇ ਤੇ ਹੁਣ ਸੁਖਮਨੀ ਸਾਹਿਬ ਦਾ ਰੰਗ ਚੜ ਜੇ, ਉਹ ਨਹੀਂ ਚੜੇਗਾ। ਸਾਡੇ ਅੰਦਰ ਮਾਇਆ ਦਾ ਰੰਗ ਚੜਿਆ, ਅਸੀਂ ਚਾਹੀਏ ਕਿ ਇੱਥੇ ਹੁਣ ਨਾਮ ਦਾ ਰੰਗ ਚੜ ਜੇ, ਇਦਾਂ ਨਹੀਂ ਚੜੇਗਾ। ਮੁਬਾਰਕ ਹੈ, ਪੜ੍ਹਦੇ ਆ ਜਪਦੇ ਆ ਭਾਗਾਂ ਵਾਲੇ ਆ, ਪਰ ਜੇ ਰੰਗ ਚਾੜਨਾ ਹੈ ਤੇ ਰੰਗ ਚਾਨਣ ਦਾ ਕੋਈ ਪ੍ਰੋਸੈਸ ਤਾਂ ਹੈਗਾ ਨਾ, ਕੋਈ ਤਰੀਕਾ ਤੇ ਹੈਗਾ ਨਾ। ਤੇ ਜੇ ਵਾਹਿਗੁਰੂ ਜੀ ਦੇ ਪਿਆਰ ਜੁੜਨਾ ਉਹਦਾ ਵੀ ਕੋਈ ਤਰੀਕਾ, ਉਹ ਨਹੀਂ ਕਿ ਤੁਰਦੇ ਫਿਰਦੇ ਹੱਥ ਗੁੜਕਾ ਲਿਆ ਸੁਖਮਨੀ ਸਾਹਿਬ ਪੜ੍ਹ ਲਿਆ ਜੀ ਬਸ ਵਾਹਿਗੁਰੂ ਮਿਹਰ ਕਰ ਦਿਓ। ਵਾਹਿਗੁਰੂ ਤਾਂ ਮਿਹਰ ਕਰਦਾ ਹੀ ਆ, ਉਹ ਕਦੀ ਇਹ ਨਹੀਂ ਕਿ ਨਾ ਕਰਦਾ ਹੋਏ। ਉਹਦੇ ਲਈ ਸਤਿਗੁਰੂ ਸਾਹਿਬ ਜੀ ਕਹਿੰਦੇ ਨਾਨਕ ਪਾਹਰੇ ਬਾਹਰਾ ਕੋਰੇ ਰੰਗ ਨਾ ਹੋਏ। ਜੇ ਪਾ ਨਹੀਂ ਚੜੀ ਹੋਈ ਤੇ ਕੋਰੇ ਕੱਪੜੇ ਤੇ ਰੰਗ ਜਿਵੇਂ ਨਹੀਂ ਚੜਦਾ, ਤਿਵੇਂ ਜੇ ਅੰਦਰ ਗੁਰੂ ਦਾ ਗਿਆਨ ਨਹੀਂ ਹੈ ਤੇ ਸਾਡੇ ਅੰਦਰ ਵਾਹਿਗੁਰੂ ਜੀ ਦਾ ਰੰਗ ਪੈਦਾ ਨਹੀਂ ਹੋਣਾ। ਭੈ ਵਿੱਚ ਖੁੰਬ ਚੜਾਈਏ ਸ਼ਰਮ ਬਾਹਦਨ ਹੋਏ। ਹੁਣ ਜਿਵੇਂ ਲਿਲਾਰੀ ਉਸ ਕੱਪੜੇ ਨੂੰ ਪਾ ਕੇ ਨਾ ਪਾਣੀ 'ਚ ਕਿਸੇ ਭਾਂਡੇ ਪਤੀਲੇ 'ਚ ਤੇ ਫਿਰ ਰੰਗ ਘਟ ਪਾ ਕੇ ਉਹਨੂੰ ਚੰਗੀ ਤਰ੍ਹਾਂ ਰਿੰਨਦਾ ਹੈ। ਸਤਿਗੁਰੂ ਜੀ ਕਹਿੰਦੇ ਭੈ ਵਿੱਚ ਖੁੰਬ ਚੜਾਈਏ, ਇਹਨੂੰ ਕਹਿੰਦੇ ਖੁੰਬ ਚਾੜਨਾ। ਭੈ ਦਾ ਅਰਥ ਹੁੰਦਾ ਹੈ ਅਦਬ, ਵਾਹਿਗੁਰੂ ਜੀ ਦਾ ਅਦਬ। ਭੈ ਦਾ ਅਰਥ ਇੱਕ ਡਰ ਹੈ। ਡਰ ਨਹੀਂ ਹੈ ਇੱਥੇ, ਡਰ ਦੁਨਿਆਵੀ ਲੋਕਾਂ ਦਾ ਹੁੰਦਾ ਹੈ। ਡਰ ਮਨੁੱਖ ਨੂੰ ਅੰਦਰੋਂ ਹੀਣਿਆਂ ਕਰਦਾ ਹੈ, ਮਲੀਨ ਕਰਦਾ ਹੈ, ਮੈਲੇ ਕਰਦਾ ਹੈ, ਨੀਵਿਆਂ ਕਰਦਾ ਹੈ। ਭੈ ਦਾ ਅਰਥ ਹੈ ਵਾਹਿਗੁਰੂ ਜੀ ਦਾ ਅਦਬ, ਵਾਹਿਗੁਰੂ ਜੀ ਦਾ ਡਰ ਕਹਿ ਲਓ। ਡਰ ਦੋ ਤਰ੍ਹਾਂ ਦਾ ਹੈ। ਇੱਕ ਡਰ ਜਿਵੇਂ ਆਪਣੇ ਬਜ਼ੁਰਗਾਂ ਦਾ ਹੁੰਦਾ ਹੈ। ਹੁਣ ਬਜ਼ੁਰਗਾਂ ਦਾ ਡਰ ਜਿਹੜਾ ਕਿਹੋ ਜਿਹਾ ਹੁੰਦਾ, ਅਦਬ ਕਹਿੰਦੇ ਹੋ ਆਪਾਂ। ਬਾਹਰੋਂ ਬਜ਼ੁਰਗ ਆਏ, ਅਸੀਂ ਝੱਟ ਖੜੇ ਹੋ ਜਾਂਦੇ ਹਾਂ। ਉਹਨਾਂ ਨੇ ਸਾਨੂੰ ਮਾਰਨਾ ਥੋੜ੍ਹਾ ਹੈ, ਕੋਈ ਪਿਤਾ ਆਪਣੇ ਬੱਚੇ ਨੂੰ ਮਾਰਦਾ ਥੋੜ੍ਹਾ ਹੈ। ਉਹ ਤੇ ਅਦਬ ਰੱਖਦੇ ਅਸੀਂ, ਕੋਈ ਹੋਰ ਸਤਿਕਾਰਤ ਹਸਤੀ ਆਈ ਆਪਾਂ ਖੜੇ ਹੋ ਜਾਂਦੇ ਹਾਂ। ਇਹਨੂੰ ਵੀ ਡਰ ਕਹਿੰਦੇ ਨੇ। ਇੱਕ ਡਰ ਬਾਹਰੋਂ ਕੋਈ ਡਾਂਗ ਵਾਲਾ ਆਇਆ ਤੇ ਤਾਂ ਖੜੇ ਹੋ ਗਏ। ਇਹਨਾਂ ਦੋਵਾਂ ਡਰਾਂ 'ਚ ਬੜਾ ਫਰਕ ਹੈ। ਇਹਨੂੰ ਨਿਰਮਲ ਭਾਉ ਵੀ ਕਿਹਾ। ਗੁਰਬਾਣੀ ਕਹਿੰਦੇ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ। ਇੱਥੇ ਸਤਿਗੁਰੂ ਜੀ ਕਹਿੰਦੇ ਨੇ ਭੈ ਵਿੱਚ ਖੁੰਬ ਚੜਾਈ ਹੈ। ਭਾਈ ਆਪਾਂ ਵਾਹਿਗੁਰੂ ਜੀ ਦੇ ਅਦਬ ਵਿੱਚ ਆ ਜਾਈਏ, ਵਾਹਿਗੁਰੂ ਜੀ ਦੇ ਪਿਆਰ 'ਚ ਆ ਜਾਈਏ। ਇਹਦੇ ਨਾਲ ਸਾਡੇ ਅੰਦਰ ਜਿਵੇਂ ਲਿਲਾਰੀ ਨਹੀਂ ਖੁੰਬ ਚੜ੍ਹਦਾ ਰੰਗ ਕੱਢ ਪਾ ਕੇ ਕਿਸੇ ਕੱਪੜੇ ਨੂੰ ਰਹਿੰਦਾ, ਇਦਾਂ ਸਾਡੇ ਅੰਦਰ ਉਹ ਫਿਰ ਖੁੰਬ ਚੜੇਗੀ
ਔਰ ਸ਼ਰਮ ਪਾਹੋ ਤਨ ਹੋਏ। ਸਾਡੇ ਅੰਦਰ ਫਿਰ ਵਾਹਿਗੁਰੂ ਜੀ ਦੀ ਜੋ ਮਿਹਨਤ ਕਰਾਂਗੇ ਆਪਾਂ, ਸਤ ਸੰਗਤ ਚ ਆਉਂਦੇ ਹੋਏ ਮਿਹਨਤ ਹੈ, ਗੁਰਬਾਣੀ ਪੜ੍ਹਦੇ ਹੋ, ਸੇਵਾ ਕਰਦੇ ਹੋ, ਸਿਮਰਨ ਕਰਦੇ ਹੈ, ਇਹ ਮਿਹਨਤ ਹੈ। ਇਦਾਂ ਜਦੋਂ ਆਪਾਂ ਯਤਨ ਕਰਾਂਗੇ, ਉਦਮ ਕਰਾਂਗੇ, ਸਤਿਗੁਰੂ ਜੀ ਕਹਿੰਦੇ ਸਾਡੇ ਅੰਦਰ ਆਪੇ ਵਾਹਿਗੁਰੂ ਜੀ ਦੇ ਨਾਮ ਦੀ ਪਾਹ ਚੜ ਜਾਏਗੀ। ਨਾਨਕ ਭਗਤੀ ਜੇ ਰੱਬੈ ਕੂੜੇ ਸੋਏ ਨਾ ਕੋਏ। ਜੇ ਵਾਹਿਗੁਰੂ ਜੀ ਦੀ ਭਗਤੀ ਚ ਆਪਣੇ ਮਨ ਨੂੰ ਰੰਗ ਲਈਏ ਤੇ ਮੁੜ ਕੇ ਕੂੜ ਦਾ ਸਾਡੇ ਤੇ ਅਸਰ ਨਹੀਂ ਪਏਗਾ। ਫਿਰ ਆਪਾਂ ਜਿੱਥੇ ਮਰਜ਼ੀ ਵਿਚਰਦੇ ਰਹੀਏ। ਦੇਖੋ ਇੱਕ ਅੰਮ੍ਰਿਤ ਬਚਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿ ਕਾਜਲ ਕੋਠ ਮੈਂ ਭਈ ਨਾ ਕਾਰੀ ਨਿਰਮਲ ਬਰਨ ਬਨਿਓ ਰੇ। ਕਾਜਲ ਦਾ ਅਰਥ ਹੈ ਕਿ ਸੁਰਮਾ, ਕਾਲਖ ਦੀ ਕੋਠੜੀ ਚ ਬੰਦਾ ਵੜੇ ਤੇ ਕਾਲਾ ਨਾ ਹੋਵੇ। ਕਿੰਨੀ ਵੱਡੀ ਗੱਲ ਹੈ। ਇਹ ਦੁਨੀਆ ਕਾਜਲ ਦੀ ਕੋਠੜੀ ਹੈ, ਇਹਦੇ ਵਿੱਚ ਰਹਿ ਕੇ ਕੋਈ ਮਨੁੱਖ ਕਾਲਖ ਤੋਂ ਰਹਿਤ ਹੋ ਜਾਏ, ਬੜੀ ਬਹਾਦਰੀ ਦੀ ਗੱਲ ਹੈ। ਸਤਿਗੁਰੂ ਜੀ ਕਹਿੰਦੇ ਜੇ ਮਨੁੱਖ ਦੇ ਅੰਦਰ ਵਾਹਿਗੁਰੂ ਜੀ ਦਾ ਅਦਬ ਆ ਜਾਏ, ਮਨੁੱਖ ਵਾਹਿਗੁਰੂ ਜੀ ਦੇ ਪਿਆਰ 'ਚ ਫਿਰ ਉਦਮ ਕਰੇ, ਪਿਆਰ ਜੋੜਨ ਦਾ, ਵਾਹਿਗੁਰੂ ਜੀ ਦੀ ਬੰਦਗੀ ਜੁੜਦਾ ਹੈ, ਫਿਰ ਕੂੜ ਨੇੜੇ ਨਹੀਂ ਲੱਗ ਸਕਦਾ। ਨਹੀਂ ਤੇ ਜਿੱਧਰ ਨਜ਼ਰ ਮਾਰਦੇ ਸੱਚ ਕਾਲ ਕੂੜ ਵਰਤੇ ਅਕਲ ਕਾਲਖ ਬੇਤਾਲ। ਹਰ ਮਨੁੱਖ ਦੇ ਅੰਦਰ ਕੂੜ ਦੀ ਕਾਲਖ ਜੰਮੀ, ਬੰਦਾ ਭੂਤਨਾ ਬਣਿਆ ਫਿਰਦਾ ਹੈ। ਇਹ ਹੈ ਕਾਲ। ਜਦੋਂ ਅੰਦਰ ਕੂੜ ਵਸ ਜਾਏ ਇਹਨੂੰ ਕਲਯੁਗ ਕਿਹਾ ਜਾਂਦਾ ਹੈ। ਸ਼ਲੋਕ ਮਹੱਲਾ ਪਹਿਲਾ। ਇੱਕ ਹੋਰ ਪਵਿੱਤਰ ਸ਼ਲੋਕ ਸ਼੍ਰੀ ਰਾਗ ਦੀ ਵਾਰ ਵਿੱਚ ਅੰਕਿਤ ਹੈ। ਗੁਰੂ ਸਾਹਿਬ ਜੀ ਨੇ ਇਹ ਵੀ ਸੁਣਾਇਆ ਹੈ ਸਿੱਧਾਂ ਨੂੰ ਇੱਥੇ। ਕਲ ਕਾਤੀ ਰਾਜੇ ਕਾ ਸਾਈ ਧਰਮ ਬੰਖ ਕਰ ਉਡਰਿਆ। ਕਹਿੰਦੇ ਨੇ ਕੈਂਚੀ ਨੂੰ। ਕਲ ਦਾ ਅਰਥ ਹੈ ਕਲਯੁਗੀ ਸੁਭਾਅ ਜਿਹੜਾ ਹੈ। ਇਹ ਕਲਯੁਗੀ ਸੁਭਾਅ ਜਿਹੜਾ ਹੈ ਇਹ ਕੈਂਚੀ ਵਰਗਾ ਹੈ। ਰਾਜੇ ਕਸਾਈ ਤੇ ਆ ਗਿਆ ਰਾਜਿਆਂ ਦੇ ਹੱਥ 'ਚ। ਜਿਵੇਂ ਰਾਜਿਆਂ ਦੇ ਹੱਥ 'ਚ ਆ ਜਾਏ ਨਾ ਕੈਂਚੀ ਤੇ ਲੋਕਾਂ ਨੂੰ ਵੱਢੀ ਜਾਣ। ਜਿਹੜਾ ਰਾਜਿਆਂ ਦਾ, ਹਾਕਮਾਂ ਦਾ ਇਹ ਕਲਯੁਗੀ ਸੁਭਾਅ ਹੈ, ਇਹ ਕੈਂਚੀ ਵਰਗਾ ਹੈ ਤੇ ਰਾਜੇ ਕਸਾਈ ਬਣ ਗਏ। ਸਤਿਗੁਰੂ ਜੀ ਕਹਿੰਦੇ ਜਿੱਧਰ ਦੇਖਦੇ ਧਰਮ ਪੰਖ ਕਰ ਉੱਡ ਰਿਹਾ। ਧਰਮ ਜਿਹੜਾ ਹੈ ਉਹ ਤੇ ਖੰਭ ਲਾ ਕੇ ਉੱਡ ਗਿਆ। ਧਰਮ ਦਾ ਅਰਥ ਕੋਈ ਖਾਸ ਲਿਬਾਸ ਨਹੀਂ ਹੈ। ਧਰਮ ਦਾ ਅਰਥ ਕੇਵਲ ਧਰਮ ਸਥਾਨ ਤੇ ਬੈਠਣ ਤੋਂ ਨਹੀਂ ਹੈ। ਧਰਮ ਕੀ ਹੈ? ਰਾਜੇ ਦਾ ਧਰਮ ਕੀ ਹੈ? ਰਾਜੇ ਚੂੜੀ ਨਿਯਮ ਕੀ। ਰਾਜੇ ਦਾ ਧਰਮ ਹੈ ਨਿਆਂ ਕਰਨਾ। ਰਾਜੇ ਦਾ ਧਰਮ ਹੈ ਪ੍ਰਜਾ ਨੂੰ ਪਿਆਰ ਕਰਨਾ। ਤੇ ਧਰਮ ਪੰਕਰ ਉੱਡ ਰਿਹਾ। ਰਾਜੇ ਦਾ ਪ੍ਰਜਾ ਨਾਲ ਪਿਆਰ ਹੀ ਕੋਈ ਨਹੀਂ ਹੈ। ਪ੍ਰਜਾ 3 ਮਹੀਨਿਆਂ ਤੋਂ ਠੰਡ ਦੇ ਵਿੱਚ ਬੈਠੀ ਹੈ। ਰਾਜਾ ਲੋਕਾਂ ਦੀਆਂ ਵੋਟਾਂ ਨਾਲ ਚੁਣਿਆ ਹੋਇਆ, ਲੋਕਾਂ ਦੇ ਦਿੱਤੇ ਟੈਕਸ ਦੇ ਨਾਲ ਸਿਕਿਉਰਿਟੀ 'ਚ ਰਹਿ ਕੇ, ਏਸੀ 'ਚ ਰਹਿ ਕੇ ਮੌਜਾਂ ਮਾਣ ਰਿਹਾ। ਦੁਨੀਆ ਠੰਡ 'ਚ ਮਾਰੀ, ਕੋਈ ਪਰਵਾਹ ਹੀ ਨਹੀਂ ਹੈ। ਇਹਨੂੰ ਕਹਿੰਦੇ ਧਰਮ ਪੰਕਰ ਉੱਡ ਰਿਹਾ। ਅਡੰਬਰ ਧਰਮ ਦਾ ਹੀ ਹੈ, ਲਿਬਾਸ ਧਰਮ ਦਾ ਹੀ ਹੈ। ਧਰਮ ਕੱਪੜੇ ਪਾਉਣਾ ਨਹੀਂ ਹੈ। ਧਰਮ ਦੀਆਂ ਗੱਲਾਂ ਕਰਨਾ ਨਹੀਂ ਹੈ। ਧਰਮ ਤੇ ਇਹ ਹੈ ਕਿ ਮੇਰੇ ਰਾਜ ਵਿੱਚ ਕੋਈ ਦੁਖੀ ਤਾਂ ਨਹੀਂ ਬੈਠਾ, ਕੋਈ ਭੁੱਖਾ ਤਾਂ ਨਹੀਂ ਬੈਠਾ। ਜਿਸ ਰਾਜੇ ਦੇ ਰਾਜ ਵਿੱਚ ਦੁਨੀਆ ਸੜਕਾਂ ਤੇ ਭੁੱਖੀ ਮਰਦੀ ਰਹੇ, ਉਹ ਰਾਜਾ ਹੀ ਕਾਹਦਾ। ਭਿਖਾਰੀਆਂ ਨੇ ਵੀ ਇਹੋ ਜਿਹਾ ਮੌਕਾ ਆਇਆ, ਭਿਖਾਰੀਆਂ ਨੇ ਵੀ ਲੋਕਾਂ ਭੁੱਖਿਆਂ ਨੂੰ ਰੋਟੀ ਦਿੱਤੀ। ਪਰ ਜਿਸ ਰਾਜੇ ਨੂੰ ਇਹ ਨਹੀਂ ਪਤਾ ਕਿ ਮੇਰੀ ਪ੍ਰਜਾ ਸੜਕਾਂ ਤੇ ਭੁੱਖੀ ਮਰ ਰਹੀ ਹੈ, ਮੇਰੀਆਂ ਧੀਆਂ ਬੱਚੀਆਂ ਸਾਡੇ ਸਮਾਜ ਦੀਆਂ ਸੜਕਾਂ ਤੇ ਬੱਚਿਆਂ ਨੂੰ ਜਨਮ ਦੇ ਰਹੀਆਂ ਨੇ, ਉਹ ਰਾਜਾ ਖਵਾਉਣ ਦਾ ਹੱਕਦਾਰ ਹੀ ਨਹੀਂ ਹੈ। ਧਰਮ ਪੰਕਰ ਉੱਡ ਰਿਹਾ। ਧਰਮ ਦਾ ਅਰਥ ਹੈ ਫਰਜ਼। ਧਰਮ ਦਾ ਅਰਥ ਹੈ ਡਿਊਟੀ। ਇੱਕ ਰਾਜੇ ਦੀ ਡਿਊਟੀ ਕੀ ਹੈ? ਪ੍ਰਜਾ ਨੂੰ ਸੁੱਖ ਦੇਣਾ, ਪ੍ਰਜਾ ਦੇ ਸੁੱਖਾਂ ਲਈ ਸਾਧਨ ਬਣਾਉਣੇ। ਰਾਜੇ ਦੀ ਡਿਊਟੀ ਕੋਈ ਹਵਾਈ ਜਹਾਜ਼ਾਂ ਤੇ ਘੁੰਮਣਾ ਨਹੀਂ। ਰਾਜੇ ਦੀ ਡਿਊਟੀ ਕੋਈ ਕੇਵਲ ਆਰਡਰ ਜਾਰੀ ਕਰਨਾ ਨਹੀਂ ਹੈ, ਹੁਕਮ ਜਾਰੀ ਕਰਨਾ ਨਹੀਂ ਹੈ। ਰਾਜੇ ਦੀ ਡਿਊਟੀ ਹੈ ਕਿ ਉਹ ਹਰ ਯਤਨ ਕਰਨਾ ਜਿਹਦੇ ਨਾਲ ਸਮਾਜ ਨੂੰ, ਪ੍ਰਜਾ ਨੂੰ, ਲੋਕਾਂ ਨੂੰ ਸੁੱਖ ਮਿਲੇ। ਔਰ ਸਮਾਜ ਦਾ ਕੋਈ ਵੀ ਵਿਅਕਤੀ, ਕੋਈ ਵੀ ਬੀਬੀ ਉਹ ਚੁੱਪ ਕਰੋ ਕਿਰਪਾ ਕਰਕੇ। ਵਾਹਿਗੁਰੂ ਵਾਹਿਗੁਰੂ। ਕੋਈ ਵੀ ਵਿਅਕਤੀ ਜਿਹੜਾ ਹੈ ਉਹ ਪਰੇਸ਼ਾਨ ਨਾ ਹੋਵੇ। ਇਹ ਹੈ ਰਾਜੇ ਦਾ ਧਰਮ। ਪਰ ਧਰਮ ਪੰਖ ਕਰ ਉੱਡ ਰਿਹਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਲ ਕਾਤੀ, ਇਹ ਰਾਜੇ ਜਿਹੜੇ ਨੇ ਕਲਯੁਗੀ ਸੁਭਾਅ ਵਾਲੇ, ਇੱਕ ਕੈਂਚੀ ਲੈ ਕੇ ਬੈਠੇ ਹੋਏ ਨੇ, ਕਸਾਈ ਬਣ ਗਏ, ਪ੍ਰਜਾ ਨੂੰ ਖੋਹ ਰਹੇ ਨੇ। ਤੇ ਧਰਮ ਜਿਹੜਾ ਹੈ ਉਹ ਖੰਭ ਲਾ ਕੇ ਉੱਡ ਗਿਆ ਹੈ। ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਹੀਂ ਕਹਿ ਚੜਿਆ। ਸਤਿਗੁਰੂ ਜੀ ਕਹਿੰਦੇ ਜਿੱਧਰ ਨਜ਼ਰ ਮਾਰੋ ਕੂੜ ਦੀ ਮੱਸਿਆ ਦੀ ਰਾਤ ਹੀ ਪਸਰੀ ਹੋਈ ਹੈ। ਸੱਚ ਦਾ ਚੰਦਰਮਾ ਕਿਤੇ ਨਜ਼ਰ ਨਹੀਂ ਆਉਂਦਾ। ਕਿਤੇ ਚਲ ਜਾਓ ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਸੱਚ ਨਜ਼ਰ ਨਹੀਂ ਆ ਰਿਹਾ। ਇਹੀ ਤਾਂ ਕਲਯੁਗ ਹੈ
ਕਿ ਤੁਹਾਨੂੰ ਸੱਚ ਲੱਭੇ ਨਾ, ਧਰਮ ਸਥਾਨਾਂ ਤੇ ਵੀ ਸੱਚ ਨਾ ਲੱਭੇ, ਉੱਥੇ ਵੀ ਝੂਠ ਪਸਰ ਜਾਏ। ਸਤਿਗੁਰੂ ਜੀ ਕਹਿੰਦੇ ਇਹ ਹੈ ਧਰਮ, ਇਹ ਹੈ ਕਲਯੁਗ। ਹਉ ਪਾਲ ਵਿਕੁੰਨੀ ਹੋਈ ਆਦੇਰੇ ਰਾਹ ਨਾ ਕੋਈ। ਬਾਬਾ ਨਾਨਕ ਜੀ ਕਹਿੰਦੇ ਸੱਚ ਨੂੰ ਲੱਭਣ ਲਈ ਤੁਰ ਪਿਆ, ਲੱਭਦਿਆਂ ਵਿਆਕੁਲ ਹੋ ਗਿਆ, ਪਰ ਸਾਰੇ ਪਾਸੇ ਕੂੜ ਦਾ ਹਨੇਰਾ ਹੀ ਪਸਰਿਆ ਹੋਇਆ ਹੈ। ਕੂੜ ਦੀ ਮੱਸਿਆ ਦੀ ਰਾਤ ਪਸਰੀ ਹੋਈ ਹੈ, ਹਨੇਰੇ 'ਚ ਰਸਤਾ ਕੋਈ ਨਹੀਂ ਲੱਭਦਾ, ਕਿੱਧਰ ਬੰਦਾ ਜਾਏ। ਧਰਮ ਸਥਾਨਾਂ ਤੇ ਵੀ ਉਹਨਾਂ ਲੋਕਾਂ ਦਾ ਜ਼ੋਰ ਜਿਹੜੇ ਝੂਠ ਦੇ ਨਾਲ ਜੁੜੇ ਹੋਏ ਨੇ, ਕਿੱਧਰ ਜਾਏ ਬੰਦਾ। ਧਾਰਮਿਕ ਲਿਬਾਸ ਦੇ ਅੰਦਰ ਉਹ ਲੋਕ ਨੇ ਜਿਹੜੇ ਝੂਠ ਦੇ ਨਾਲ ਜੁੜੇ ਹੋਏ ਨੇ, ਕਿੱਧਰ ਜਾਏ ਬੰਦਾ। ਹਉ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ। ਸਤਿਗੁਰੂ ਜੀ ਕਹਿੰਦੇ ਇਸ ਹਨੇਰੇ 'ਚ ਰਸਤਾ ਕੋਈ ਨਹੀਂ ਲੱਭਦਾ ਦੁੱਖਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ। ਇਸ ਹਨੇਰੇ 'ਚ ਕੋਈ ਤਰੀਕਾ ਨਹੀਂ ਲੱਭਦਾ ਕਿ ਕਿਵੇਂ ਸੁੱਖ ਪ੍ਰਾਪਤ ਕੀਤਾ ਜਾਏ, ਕਿਉਂਕਿ ਸੁੱਖ ਪ੍ਰਾਪਤ ਕਰਨ ਦੇ 2-3 ਤਰੀਕੇ ਨੇ ਕਿ ਆਪਾਂ ਜ਼ਿੰਦਗੀ ਸੁਖੀ ਕਿਵੇਂ ਪ੍ਰਾਪਤ ਬਣਾਉਣੀ ਹੈ। ਬੰਦਾ ਦੁਖੀ ਹੋਏ ਉਹ ਸਭ ਤੋਂ ਪਹਿਲਾਂ ਹਾਕਮਾਂ ਕੋਲ ਜਾਂਦਾ ਕਿ ਆਪਾਂ ਦੁਖੀ ਹਾਂ। ਹੁਣ ਹਾਕਮ ਵੀ ਵੱਡੀ ਖੋਰ ਹੋਣ, ਜੱਜ ਵੀ ਵੱਡੀ ਖੋਰ ਹੋਣ, ਜਿਸ ਪੁਲਿਸ ਨੇ ਰੱਖਿਆ ਕਰਨੀ ਉਹ ਵੀ ਵੱਡੀ ਖੋਰ ਹੋਏ, ਤੇ ਬੰਦਾ ਕਿੱਧਰ ਜਾਏ। ਫਿਰ ਬੰਦਾ ਹਾਰ ਉੱਠ ਕੇ ਕਹਿੰਦਾ ਧਰਮ ਸਥਾਨਾਂ ਤੇ ਚੱਲ ਜਾਓ। ਹੁਣ ਧਰਮ ਸਥਾਨਾਂ ਤੇ ਵੀ ਝੂਠ ਦਾ ਬੋਲ ਬਾਲਾ ਹੋਏ, ਬੰਦਾ ਕਿੱਧਰ ਜਾਏ। ਹਉ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ। ਇਹ ਬਾਬਾ ਨਾਨਕ ਜੀ ਨੇ ਇਹ ਕੋਈ ਕਲਪਨਾ ਨਹੀਂ ਕੀਤੀ, ਗੁਰਬਾਣੀ ਕੋ ਕਲਪਨਾ ਨਹੀਂ ਹੈ। ਗੁਰਬਾਣੀ ਇਸ ਸਮਾਜ ਦਾ ਜੋ ਤੰਤਰ ਹੈ, ਰਾਜਨੀਤਿਕ ਜਾਂ ਧਰਮ ਤੰਤਰ ਜਾਂ ਸਮਾਜ ਦਾ ਜੋ ਪ੍ਰਬੰਧ ਹੈ, ਉਹਨੂੰ ਸਤਿਗੁਰੂ ਜੀ ਨੇ ਪੂਰਨ ਤੌਰ ਤੇ ਬਿਆਨ ਕੀਤਾ ਹੈ। ਗੁਰਬਾਣੀ ਨੂੰ ਕਦੀ ਇਸ ਭਾਵਨਾ ਦੇ ਨਾਲ ਪੜ੍ਹਿਆ ਕਰੋ ਕਿ ਗੁਰਬਾਣੀ ਸਾਨੂੰ ਉਪਦੇਸ਼ ਕੀ ਦਿੰਦੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਮਹਾਰਾਜ ਨੇ ਕਿਹਾ ਅੰਧੇਰੇ ਰਾਹ ਨਾ ਕੋਈ। ਅਜਿਹੇ ਸਮੇਂ 'ਚ ਜਦੋਂ ਕੂੜ ਪਸਰਿਆ ਹੋਏ, ਜਦੋਂ ਸੱਚ ਦਾ ਕਾਲ ਪੈ ਜਾਏ, ਮਨੁੱਖ ਨੂੰ ਰਸਤਾ ਹੀ ਕੋਈ ਨਹੀਂ ਲੱਭਦਾ, ਕਿੱਧਰ ਜਾਏ। ਬੰਦਾ ਨਿਰਾਸ਼ ਹੁੰਦਾ ਹੈ। ਖੁਦਕਸ਼ੀਆਂ ਕਦੋਂ ਕਰਦੇ ਨੇ ਲੋਕ, ਮਰਦੇ ਕਦੋਂ ਨੇ ਲੋਕ। ਹੁਣ ਜਿਸ ਮੁਲਕ ਦੇ ਅੰਦਰ ਪਰਿਵਾਰਾਂ ਦੇ ਪਰਿਵਾਰ ਖੁਦਕਸ਼ੀਆਂ ਕਰੀ ਜਾਣ, ਉਸ ਮੁਲਕ ਨੂੰ ਕਹੋਗੇ ਕਿ 21ਵੀਂ ਸਦੀ 'ਚ ਆ ਕੇ ਬੜੀ ਤਰੱਕੀ ਕਰ ਰਿਹਾ ਮੁਲਕ। ਬੜੀ ਸ਼ਰਮ ਜੀ ਆਉਂਦੀ ਕਹਿਣ ਲੱਗਿਆ ਕਿ 21ਵੀਂ ਸਦੀ 'ਚ ਆਪਾਂ, ਜਿਸ ਮੁਲਕ ਦੇ ਅੰਦਰ ਬੇਰੁਜ਼ਗਾਰੀ ਵਧੀ ਚਲੀ ਜਾਏ, ਕਹਿੰਦੇ ਅਸੀਂ ਤੇ ਤਰੱਕੀ ਕਰ ਗਏ, 21ਵੀਂ ਸਦੀ 'ਚ ਪੈਰ ਰੱਖ ਲਿਆ। ਚਾਰ ਸਵੇਰੇ ਜਿੱਧਰ ਤੁਸੀਂ ਨਜ਼ਰ ਮਾਰੋ ਅੰਧੇਰੇ ਰਾਹ ਨਾ ਕੋਈ। ਸੋ ਸਤਿਗੁਰੂ ਜੀ ਨੇ ਉਸ ਵੇਲੇ ਦਾ ਜੋ ਸਮਾਜ ਸੀ ਉਹਦਾ ਸਾਰਾ ਨਕਸ਼ਾ ਜਿਹੜਾ ਹੈ ਇਸ ਸ਼ਲੋਕ ਦੇ ਰਾਹੀਂ ਬਿਆਨ ਕਰਤਾ। ਔਰ ਗੁਰਬਾਣੀ ਦੇ ਵਿੱਚ ਬੜੇ ਇਹੋ ਜਿਹੇ ਸ਼ਲੋਕ ਨੇ। ਸੋ ਸਤਿਗੁਰੂ ਜੀ ਅਖੀਰ ਤੇ ਕਹਿੰਦੇ ਨੇ ਵਿੱਚ ਹਉਮੈ ਕਰ ਦੁਖ ਰੋਈ। ਇਹ ਦੁਖਾਈ ਜਿਹੜੀ ਹੈ ਹਉਮੈ ਵਿੱਚ ਕਰਮ ਕਰ ਕਰਕੇ ਦੁਖੀ ਹੋ ਰਹੀ ਹੈ। ਹੰਕਾਰ ਸਾਰੇ ਦੁੱਖਾਂ ਦਾ ਕਾਰਨ ਹੈ। ਰਾਜਨੀਤਿਕ ਲੋਕਾਂ ਨੂੰ ਹੰਕਾਰ ਆਪਣੇ ਰਾਜਨੀਤਿਕ ਬਲ ਦਾ, ਧਾਰਮਿਕ ਲੋਕਾਂ ਨੂੰ ਹੰਕਾਰ ਕਿ ਅਸੀਂ ਧਰਮ ਕਰਮ ਬੜਾ ਕਰਦੇ, ਸਾਨੂੰ ਕਿਸੇ ਦੀ ਗੱਲ ਸੁਣਨ ਦੀ ਕੀ ਲੋੜ ਹੈ। ਉਹ ਇਸ ਹੰਕਾਰ ਦੇ ਵਿੱਚ ਹੀ ਤੁਰੇ ਫਿਰਦੇ ਨੇ। ਇਸ ਕਰਕੇ ਵਿੱਚ ਹਉਮੈ ਕਰ ਦੁੱਖ ਰੋਈ। ਹਉਮੈ ਵਿੱਚ ਕਰਮ ਕਰ ਕਰਕੇ ਲੋਕ ਦੁਖੀ ਹੋ ਰਹੇ, ਰੋ ਰਹੇ ਹਨ। ਕਹੋ ਨਾਨਕ ਕਿਨ ਬਿਦ ਗਤ ਹੋਈ। ਹੁੰਦਾ ਹੈ ਉੱਚੀ ਅਵਸਥਾ, ਗਤ ਦਾ ਅਰਥ ਹੁੰਦਾ ਹੈ ਜਿਹਨੂੰ ਆਪਾਂ ਮੁਕਤੀ ਕਹਿ ਲਈਏ। ਇਹ ਗਤੀ ਮਰਨ ਤੋਂ ਬਾਅਦ ਦੀ ਗੱਲ ਨਹੀਂ ਹੈ। ਇੱਥੇ ਜਿਉਂਦੇ ਜੀ ਦੁੱਖਾਂ ਤੋਂ ਮੁਕਤੀ ਕਿਵੇਂ ਪਾ ਸਕਦੇ ਹਾਂ। ਜਿਉਂਦੇ ਜੀ ਆਪਾਂ ਅਜਿਹੇ ਸਮਾਜ ਤੋਂ ਜਾਂ ਆ ਜੋ ਹਨੇਰਾ ਪਸਰੇ ਹੈ ਸਮਾਜ ਦੇ ਅੰਦਰ, ਇਸ ਹਨੇਰੇ ਤੋਂ ਮੁਕਤ ਕਿਵੇਂ ਹੋ ਸਕਦੇ ਹਾਂ। ਜਿਉਂਦੇ ਜੀ ਅਸੀਂ ਸੁੱਖਾਂ ਨੂੰ ਪ੍ਰਾਪਤ ਕਰਨ ਦਾ ਰਸਤਾ ਕਿਵੇਂ ਲੱਭ ਸਕਦੇ ਹਾਂ। ਕਹੋ ਨਾਨਕ ਕਿਨ ਬਿਦਗਤ ਹੋਈ, ਕਿਸ ਤਰੀਕੇ ਦੇ ਨਾਲ ਸਾਡੀ ਉੱਚੀ ਅਵਸਥਾ ਬਣ ਸਕਦੀ ਹੈ, ਦੁੱਖਾਂ ਤੋਂ ਮੁਕਤੀ ਹੋ ਸਕਦੀ ਹੈ। ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ, ਸ੍ਰੀ ਰਾਗ ਦੀ ਵਾਰ ਪੜ੍ਹਦੇ ਆ, ਜਿੱਥੇ ਕੁਝ ਇਹ ਸ਼ਲੋਕ ਆਏਗਾ, ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕਰਕੇ ਉੱਥੇ ਇੱਕ ਸ਼ਲੋਕ ਅੰਕਿਤ ਕੀਤਾ ਕਿ ਉਹ ਗਤ ਜਾਂ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਕੀ ਹੈ। ਮਾਝ ਰਾਗ ਦੀ ਵਾਰ ਅੰਦਰ ਇਹ ਪਾਵਨ ਸ਼ਲੋਕ ਹੈ। ਉਹ ਗੁਰੂ ਅਮਰਦਾਸ ਜੀ ਦਾ ਇੱਕ ਸ਼ਲੋਕ ਅੰਕਿਤ ਕਰਤਾ, ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਕਿ ਐਸ ਹਨੇਰੇ ਤੋਂ ਮੁਕਤ ਹੋਣ ਦਾ ਤਰੀਕਾ ਹੈ ਪ੍ਰਮਾਤਮਾ ਦੀ ਕੀਰਤੀ, ਪ੍ਰਮਾਤਮਾ ਦੀ ਸਿਫਤ ਸਲਾਹ। ਪ੍ਰਮਾਤਮਾ ਦੀ ਸਿਫਤ ਸਲਾਹ ਦਾ ਅਰਥ ਕੇਵਲ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਹੈ। ਪ੍ਰਮਾਤਮਾ ਦੀ ਸਿਫਤ ਸਲਾਹ ਦਾ ਅਰਥ ਹੈ ਕਿ ਉਸ ਵਾਹਿਗੁਰੂ ਜੀ ਦੇ ਗੁਣਾਂ ਨੂੰ ਚੇਤੇ ਕਰਦੇ ਹਾਂ, ਵਾਹਿਗੁਰੂ ਜੀ ਦੇ ਪਿਆਰ, ਵਾਹਿਗੁਰੂ ਜੀ ਦੇ ਭਰੋਸੇ ਜੁੜ ਕੇ ਵਾਹਿਗੁਰੂ ਦੇ ਗੁਣ ਆਪਣੀ ਜ਼ਿੰਦਗੀ 'ਚ ਧਾਰਨ ਕਰ ਲਓ। ਬਾਅਦ ਜਦੋਂ ਤੁਸੀਂ ਰੱਬੀ ਗੁਣਾਂ ਦੇ ਧਾਰਨੀ ਬਣ ਜਾਓਗੇ, ਤੁਹਾਨੂੰ ਹਨੇਰੇ ਵਿੱਚ ਚਾਨਣ ਲੱਭਣਾ ਸ਼ੁਰੂ ਹੋ ਜਾਏਗਾ। ਤੁਹਾਡੇ ਅੰਦਰ ਇੱਕ ਬੜੀ ਉੱਚੀ ਪੋਜ਼ਿਟਿਵ ਸੋਚ ਪੈਦਾ ਹੋਏਗੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਸਾਨੂੰ ਸੇਧ ਦਿੱਤੀ ਹੈ ਕਿ ਆਪਾਂ ਹਨੇਰੇ ਤੋਂ, ਦੁੱਖਾਂ ਤੋਂ ਮੁਕਤੀ ਕਿਵੇਂ ਪ੍ਰਾਪਤ ਕਰਨੀ ਹੈ। ਉਹ ਤਰੀਕਾ ਹੈ ਸਤ ਸੰਗਤ। ਬਾਬਾ ਨਾਨਕ ਜੀ ਨੂੰ ਸਿੱਧਾ ਨੇ ਕਿਹਾ ਸੀ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ। ਸਤਿਗੁਰੂ ਜੀ ਨੇ ਕਿਹਾ ਸੀ ਨਾਮ ਦੀ ਕਰਾਮਾਤ, ਜੋ ਕਰਾਮਾਤ ਮਿਲੀ ਹੈ ਗੁਰ ਸੰਗਤ ਬਾਣੀ ਬਿਨ
ਦੂਜੀ ਓਟ ਨਹੀਂ ਹੈ ਰਾਈ। ਗੁਰੂ ਕੀ ਸੰਗਤ ਅਤੇ ਬਾਣੀ ਸਾਡਾ ਸਭ ਤੋਂ ਵੱਡਾ ਓਟ ਆਸਰਾ ਹੈ। ਜਦੋਂ ਵੀ ਆਪਾਂ ਗੁਰੂ ਕੀ ਸੰਗਤ ਚਾਹੀਏ ਇਕਾਗਰ ਚਿਤ ਹੋ ਕੇ ਬੈਠੀਏ, ਆਪ ਵੀ ਕੁਝ ਸੁਣੀਏ ਤੇ ਦੂਜਿਆਂ ਨੂੰ ਵੀ ਕੁਝ ਸੁਣ ਦਈਏ। ਦੂਜਿਆਂ ਨੂੰ ਰੱਬ ਦੇ ਪਿਆਰ ਜੋੜਨਾ ਬਹੁਤ ਵੱਡਾ ਪੁੰਨ ਹੈ, ਪਰ ਜੁੜਿਆਂ ਨੂੰ ਤੋੜਨਾ ਉਦੋਂ ਵੱਡਾ ਪਾਪ ਹੈ। ਇਸ ਕਰਕੇ ਆਪਾਂ ਇੱਥੋਂ ਪੁੰਨ ਲੈ ਕੇ ਜਾਣਾ, ਗੁਰੂ ਦੀ ਬਖਸ਼ਿਸ਼ ਲੈ ਕੇ ਜਾਣੀ ਹੈ, ਗੁਰੂ ਦੀਆਂ ਰਹਿਮਤਾਂ ਦੇ ਨਾਲ ਝੋਲੀਆਂ ਭਰ ਕੇ ਜਾਣੀਆਂ ਨੇ। ਉਹ ਤਾਂ ਹੀ ਭਰਾਂਗੇ ਜੇ ਗੁਰੂ ਕੋਲ ਆ ਕੇ ਗੁਰੂ ਦੀ ਗੱਲ ਸਰਵਣ ਕਰਾਂਗੇ। ਸਿੱਧਾਂ ਦੇ ਨਾਲ ਸਤਿਗੁਰੂ ਜੀ ਦੀ ਚਰਚਾ ਹੋਈ ਹੈ। ਸਿੱਧਾਂ ਨੇ ਦੱਸਿਆ, ਸਤਿਗੁਰੂ ਜੀ ਨੇ ਦੱਸਿਆ ਕਿ ਕਲਯੁਗ ਹੈ ਕੀ ਹੈ ਤੇ ਕਲਯੁਗ ਕੋ ਮੁਕਤੀ ਮਿਲ ਕਿਵੇਂ ਸਕਦੀ ਹੈ। ਅੱਜ ਦਾ ਇਹ ਦਿਹਾੜਾ ਫਲਗੁਣ ਮਹੀਨੇ ਦੀ ਆਰੰਭਤਾ ਹੋਈ ਹੈ। ਉੱਥੇ ਵੀ ਸਤਿਗੁਰੂ ਜੀ ਨੇ ਕਿਹਾ ਜੇ ਸੁਖ ਪ੍ਰਾਪਤ ਕਰਨਾ ਹੈ ਫਲਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਈ। ਜ਼ਿੰਦਗੀ ਵਿੱਚ ਸਦਾ ਪ੍ਰਮਾਤਮਾ ਦੀ ਸਿਫਤ ਕਰੋ। ਜਿਸ ਪ੍ਰਮਾਤਮਾ ਨੂੰ ਥੋੜੀ ਜਿੰਨੀ ਵੀ ਕੋਈ ਤਮਾ ਨਹੀਂ ਹੈ, ਜਿਹੜਾ ਪ੍ਰਮਾਤਮਾ ਨੂੰ ਚੇਤੇ ਕਰੇਗਾ ਉਹਦੀ ਜ਼ਿੰਦਗੀ ਦੇ ਸਾਰੇ ਕਾਰਜ ਰਾਸ ਹੋ ਜਾਣਗੇ। ਉਹਦੀ ਜ਼ਿੰਦਗੀ 'ਚ ਪ੍ਰੇਮ ਭਗਤੀ ਆ ਜਾਏਗੀ, ਉਹ ਕੂੜ ਤੋਂ ਮੁਕਤ ਹੋ ਜਾਏਗਾ। ਉਹਦੀ ਜ਼ਿੰਦਗੀ ਦੇ ਮਹਾਦਿਵਸ ਮੂਰਤ ਭਲੇ, ਜਿਸ ਕੋ ਨਦਰ ਧਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ। ਜਿਹਦੇ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਗੀ, ਉਹਦੀ ਜ਼ਿੰਦਗੀ ਦਾ ਹਰ ਮਹੀਨਾ, ਹਰ ਮਹੂਰਤ, ਹਰ ਪਲ, ਹਰ ਘੜੀ, ਹਰ ਵਿਸੇ ਚਸਿਆ ਸਫਲ ਹੋ ਜਾਏਗਾ। ਅਸੀਂ ਅਰਦਾਸ ਕਰਨੀ ਹੈ। ਇਹ ਜੋ ਪਵਿੱਤਰ ਬਾਣੀ ਹੈ ਨਾ, ਪਹਿਲੀ ਪੌੜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਅਸੀਂ ਵਿਛੜੇ ਆ ਆਪਣੇ ਕੰਮਾਂ ਕਰਕੇ, ਰੱਬ ਨਹੀਂ ਕਿਸੇ ਨੂੰ ਵਿਛੋੜਦਾ, ਆਪਣੇ ਕੰਮਾਂ ਕਰਕੇ। ਵਿਛੋੜੇ ਤੋਂ ਵਸਲ ਦੀ ਗੱਲ ਹੈ। ਪਹਿਲੀ ਪੌੜੀ ਅੰਦਰ ਵਿਛੋੜੇ ਦੀ ਗੱਲ ਹੈ, ਅਖੀਰਲੀ ਪੌੜੀ ਅੰਦਰ ਵਸਲ ਦੀ ਗੱਲ ਹੈ, ਪਿਆਰ ਦੀ ਮਿਲਾਪ ਦੀ ਗੱਲ ਹੈ। ਫਲਗੁਣ ਆਨੰਦ ਉਪਾਰਜਣਾ ਹਰ ਸਜਣ ਪ੍ਰਗਟੇ ਆਏ। ਸਤਿਗੁਰੂ ਜੀ ਦੀ ਬੜੀ ਪਵਿੱਤਰ ਬਾਣੀ ਹੈ, ਸਿੱਖਿਆਦਾਇਕ ਬਾਣੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਇਹਦਾ ਭਾਵ ਸਾਡੇ ਹਿਰਦੇ 'ਚ ਵਸੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਪਲਚੁਕ ਦੀ ਖਿਮਾ ਬਖਸ਼ ਦੇਣੀ ਜੀ। ਉਹ ਆਉਣ ਵਾਲਾ ਪ੍ਰੋਗਰਾਮ ਪਿਆਰ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਣ ਕਰੋ ਜੀ। ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।